ਗੁਰ ਨਾਨਕ ਪਾਦ ਪੰਕਜ ਬੰਧਨ ਪਾਦ ਸਿਮਰੋ ਅੰਗਦ ਦੁਖ ਨਿਕੰਦਨ ਗੁਰ ਅਮਰਦਾਸ ਹਿਰਦੈ ਨਿਤ ਧਿਆਵੋ। ਸ੍ਰੀ ਗੁਰੂ ਗੁਰੂ ਅਰਜਨ ਬਿਘਨਨ ਕੀ ਨਾਸ਼ਕ ਬਿਘਨਨ ਕੇ ਹਰ ਗੋਬਿੰਦ ਸ਼ੁਭ ਸੁਮਤ ਪਰ ਸ਼੍ਰੀ ਹਰਿ ਰਾਇ ਨਮੋ ਕਰ ਜੋਰੀ ਨਮੋ ਸ਼੍ਰੀ ਹਰਿ ਕ੍ਰਿਸ਼ਨ ਮਨਾਓ ਤੇਗ ਬਹਾਦਰ ਪਰਮ ਕਿਰਪਾਲ ਜੀ ਪਰਮ ਸ਼੍ਰੀ ਗੁਰੂ ਗੋਬਿੰਦ ਬੇਸਾਲ ਤਰੋ ਤਰਾ ਪਰ ਪੁਨ ਪੁਨ ਸੀਸਾ ਜੀ ਪੁਨ ਪੁਨ ਸੀਸਾ ਬੰਦਾ ਬਾਰੰਬਾਰ ਜਗਦੀਸਾ ਏਕ ਓੰਕਾਰ ਸਤਿਗੁਰੂ ਤਿਹ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ ਹੈ। ਬਿਘਨ ਬਿਨਾਸਨ ਹੋਏ। ਵਾਹਿਗੁਰੂ ਜੀ ਕੀ ਫਤਿਹ ਹੈ। ਬਿਘਨ ਬਿਨਾਸਨ ਸੋਏ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਦੋਹਰਾ ਮਨ ਤਜ ਬਿਸ਼ਿਅਨ ਬਾਸ਼ਨਾ ਭਰਮਿਓ ਜਨਮੇ ਅਨੇਕ ਅਬ ਸਤਿਗੁਰ ਕੀ ਸ਼ਰਨ ਗੋ ਪਾਵੇਂ ਆਨੰਦ ਬਬੀਕ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਚਵਰ ਛਤਰ ਤਖਤ ਦੇ ਮਾਲਕ ਵਾਲੀਏ ਕੁਲ ਆਲਮ ਰਾਜਾਨ ਰਾਜ ਨਾਨ ਪਾਣ ਦੇ ਵਾਣ ਦੀ ਉਪਮਾ ਮਹਾਨ ਸਤਿਗੁਰੂ ਸ੍ਰੀ ਗੁਰੂ ਤੇਗ ਬਹਾਦਰ ਜੀ ਮਹਾਰਾਜ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ गुरुदेव महाराजियों की पावन पवित्र मुबारक हजूरी अंदर भावना अदब अकीदत नाल नेम सहित प्रेम सहित पातशाह जियों की पावन पवित्र मुबारक चल रही लड़ीवार इतिहास की गाथा सरवण करन हित महाराजियों के चरण कमला पास उपस्थित हुए हाँ। सतगुरु श्री गुरु नानक देव महाराज सच्चे पातशाह जी जगत जलंदे नूं तारदियां होया वख वख थावां ते पातशाह जी भ्रमण कर रहे हैं। साध संगत जीओ इस तो पहला के पावन इतिहास दी लड़ी आपा प्रारंभ करिए। जो अज दा पावन इतिहास है
ਸਿੱਖ ਰਾਜ ਦੇ ਪਹਿਲੇ ਬਾਦਸ਼ਾਹ ਮਹਾਨ ਜਰਨੈਲ ਬਾਬਾ ਬੰਦਾ ਸਿੰਘ ਜੀ ਬਹਾਦਰ ਅਤੇ ਨਾਲ ਹੋਰ ਅਨੇਕਾਂ ਸੂਰਬੀਰ ਸਿੰਘਾਂ ਦੀ ਅੱਜ ਸ਼ਹਾਦਤ ਹੋਈ। सन 1716 ਨੂੰ ਮਹਾਨ ਅੱਜ ਸ਼ਹੀਦੀ ਦਿਹਾੜਾ ਉਸ ਗੁਰੂ ਕੇ ਪਿਆਰੇ ਦਾ ਜਿਨ੍ਹਾਂ ਦੇ ਸਾਵੇਂ ਅੱਖਾਂ ਸਾਵੇਂ 4 ਸਾਲ ਦੇ ਪੁੱਤਰ ਬਾਬਾ ਅਜੈਪਾਲ ਸਿੰਘ ਨੂੰ ਅੱਖਾਂ ਸਾਵੇਂ ਸ਼ਹੀਦ ਕੀਤਾ ਕਿ ਕਿਤੇ ਨਾ ਕਿਤੇ ਬਾਬਾ ਬੰਦਾ ਸਿੰਘ ਬਹਾਦਰ ਆਪਣੇ ਅਕੀਦੇ ਤੋਂ ਥਿੜਕ ਜਾਵੇ। ਕੱਲਾ ਸ਼ਹੀਦ ਹੀ ਨਹੀਂ ਕੀਤਾ, ਬਾਬਾ ਅਜੈਪਾਲ ਤਿੰਨਾਂ ਦੇ ਸੁਪੁੱਤਰ ਦਾ ਤੜਫਦਾ ਹੋਇਆ ਦਿਲ ਕੱਢ ਕੇ ਜਿਗਰ ਕੱਢ ਕੇ ਬਾਬਾ ਜੀਆਂ ਦੇ ਮੁਖ ਵਿੱਚ ਪਾਉਣ ਦੀ ਕੋਸ਼ਿਸ਼ ਕੀਤੀ, ਪਰ ਬਾਬਾ ਬੰਦਾ ਸਿੰਘ ਬਹਾਦਰ ਅਡੋਲ ਸ਼ਾਂਤ ਚਿੱਤ ਰਹਿੰਦਿਆਂ ਹੋਇਆ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਚਰਨ ਕਮਲਾਂ ਦਾ ਧਿਆਨ ਧਰਦਿਆਂ ਅਰਦਾਸ ਬੇਨਤੀ ਵਿੱਚ ਜੁੜੇ ਰਹੇ ਪਾਤਸ਼ਾਹ ਆਪ ਜੀਆਂ ਦੇ 4 ਲੱਖ ਤੇ ਜਿਗਰ ਮਹਾਰਾਜ ਆਪ ਜੀਆਂ ਦੀ ਅੱਖਾਂ ਸਾਹਮਣੇ ਸ਼ਹਾਦਤਾਂ ਦੇ ਜਾਮ ਪੀਤੇ ਪਾਤਸ਼ਾਹ ਇਹ ਆਪ ਜੀਆਂ ਦੀ ਅਮਾਨਤ ਆਪ ਜੀਆਂ ਦੇ ਚਰਨ ਕਮਲਾਂ ਪਾਸ। ਬਾਬਾ ਬੰਦਾ ਸਿੰਘ ਜੀ ਬਹਾਦਰ ਥੋੜੇ ਇੱਕ ਸਮੇਂ ਦੇ ਨਾਲ ਹੀ ਸਨ 1708 ਵਿੱਚ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆਂ ਤੋਂ ਥਾਪੜਾ ਲਿਆ। ਨਦੇੜ ਦੀ ਧਰਤੀ ਤੋਂ ਤੁਰੇ ਨੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਦਾ ਆਸਰਾ ਲੈ ਕਰਕੇ। ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਨੇ ਥਾਪੜਾ ਦਿੱਤਾ। 5 ਤੀਰ ਮਹਾਰਾਜ ਸੱਚੇ ਪਾਤਸ਼ਾਹ ਬਖਸ਼ ਕੇ ਬਾਬਾ ਬੰਦਾ ਸਿੰਘ ਜੀ ਬਹਾਦਰ ਨੂੰ ਤੋਰਦੇ ਨੇ 5 ਸਿੰਘਾਂ ਦੀ ਅਗਵਾਈ ਵਿੱਚ। ਪੰਜਾਬ ਦੀ ਧਰਤੀ ਤੇ ਪਹੁੰਚ ਕਰਕੇ ਜਿਵੇਂ ਫਿਰ ਇੱਥੇ ਆਣ ਕੇ ਉਹਨਾਂ ਨੇ ਦਲਮਾਂ ਦਾ ਸੋਧਾ ਲਾਇਆ, ਜਿਨ੍ਹਾਂ ਜਿਨ੍ਹਾਂ ਥਾਵਾਂ ਤੇ ਪੰਥ ਦੁਖੀ ਬੈਠੇ ਹੋਏ ਸਨ। ਪੀਰ ਬੁੱਧੂ ਸ਼ਾਹ ਦੇ ਕਾਤਲ ਜਾ ਉਹਨਾਂ ਨੇ ਸਢੌਰੇ ਜਾ ਕੇ ਸੋਧੇ। ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਜਿਨ੍ਹਾਂ ਨੇ ਵਿੱਚ ਨਾਲ ਨੇ ਬਾਬਾ ਬੰਦਾ ਸਿੰਘ ਬਹਾਦਰ ਨੇ ਗੁਰੂ ਮਾਰੀ ਸਰਹੰਦ ਨੂੰ ਆਣ ਫਤਿਹ ਕੀਤਾ। ਮਲੇਰ ਕੋਟਲੀਆਂ ਦਾ ਪਤਾ ਲੱਗਾ ਬਾਬਾ ਬੰਦਾ ਸਿੰਘ ਬਹਾਦਰ ਨੇ ਜਾ ਉਧਰ ਨੂੰ ਚੜਾਈ ਕੀਤੀ। ਸਮਾਂ ਬਾਬਾ ਬੰਦਾ ਸਿੰਘ ਬਹਾਦਰ ਜੀਆਂ ਦਾ ਲਗਭਗ 8 ਕੁ ਸਾਲ ਦਾ ਸਮਾਂ ਬਣਦਾ ਹੈ। ਸਨ 1716 ਤੱਕ 7-8 ਸਾਲਾਂ ਦੇ ਅੰਦਰ ਜਿਹੜੀ ਏਸ਼ੀਆ ਦੀ ਉਸ ਵਕਤ ਸਭ ਤੋਂ ਵੱਡੀ ਸਲਤਨਤ ਸੀ ਮੁਗਲਿਆ ਸਾਮਰਾਜ ਨੱਕ ਵਿੱਚ ਦਮ ਕਰ ਦਿੱਤਾ। ਆਸਰਾ ਕਿਹਦਾ ਸੀ? ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਦੇ ਬਖਸ਼ੇ ਹੋਏ ਤੀਰਾਂ ਦਾ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਦੀ ਬਖਸ਼ੀ ਹੋਈ ਥਾਪੜਾ ਅਸੀਸ ਦਾ ਬਾਬਾ ਬੰਦਾ ਸਿੰਘ ਬਹਾਦਰ ਜੀਆਂ ਨੇ ਆਸਰਾ ਲਿਆ। ਸਮਾਣੇ ਨੂੰ ਆਣ ਕੇ ਜਿਹੜਾ ਜਲਾਦਾਂ ਦਾ ਸ਼ਹਿਰ ਸੀ ਬਾਬਾ ਬੰਦਾ ਸਿੰਘ ਬਹਾਦਰ ਜੀਆਂ ਨੇ ਆਣ ਕੇ ਪਹਿਲਾਂ ਨਾਲ ਇਹਨੂੰ ਵੀ ਫਤਿਹ ਕੀਤਾ। ਸ਼ਾਸਲ ਬੇਗ ਤੇ ਬਾਸ਼ਲ ਬੇਗ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਨੂੰ ਸ਼ਹੀਦ ਕਰਨ ਵਾਲੇ ਜਲਾਦ ਛੋਟੇ ਸਾਹਿਬਜ਼ਾਦਿਆਂ ਦੇ ਕਾਤਲ ਇਸੇ ਸ਼ਹਿਰ ਦੇ ਬਸਿੰਦੇ ਸਨ। ਬਾਬਾ ਬੰਦਾ ਸਿੰਘ ਬਹਾਦਰ ਜੀਆਂ ਦੀ ਅੱਖ ਵਿੱਚ ਬੜੇ ਰੜਕੇ। ਮਨ ਦੇ ਅੰਦਰ ਤਹਈਆ ਇੰਨਾ ਸੀ ਕਿ ਪਾਤਸ਼ਾਹ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜਿਨ੍ਹਾਂ ਜਿਨ੍ਹਾਂ ਥਾਵਾਂ ਨੇ ਆਪ ਜੀਆਂ ਨੂੰ ਚੈਨ ਦੇ ਨਾਲ ਨਹੀਂ ਰਹਿਣ ਦਿੱਤਾ, ਮੈਂ ਉਹਨਾਂ ਨੂੰ ਥੇ ਕਰਕੇ ਗਰਕ ਕਰਕੇ ਛੱਡਾਂਗਾ। ਬਾਬਾ ਬੰਦਾ ਸਿੰਘ ਬਹਾਦਰ ਉਹਨਾਂ ਥਾਵਾਂ ਤੇ ਤੁਰੇ ਨੇ। ਸਾਧ ਸੰਗਤ ਜੀਓ, ਕੇਵਲ ਇੱਕ ਜ਼ੁਬਾਨੀ ਕਲਾਮੀ ਕਥਾ ਰੂਪ ਵਿੱਚ ਜਾਂ ਵਖਿਆਨ ਰੂਪ ਦੇ ਅੰਦਰ ਇਹਨੂੰ ਕਹਿ ਦੇਣਾ ਅਤਿਅੰਤ ਸੁਖੈਨ ਹੈ,
ਪਰ ਬਾਬਾ ਬੰਦਾ ਸਿੰਘ ਬਹਾਦਰ ਜੀਆਂ ਨੇ ਜਿਸ ਹਿਸਾਬ ਦੇ ਨਾਲ ਜਾਂ ਜਿਸ ਤਰੀਕੇ ਦੇ ਨਾਲ ਆਣ ਕੇ ਇੱਕ ਵਿਸ਼ਾਲ ਸਾਮਰਾਜ ਤੇ ਨਾਲ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ, ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਦੇ ਨਾਮ ਦੇ ਸਿੱਕੇ ਤੇ ਮੋਹਰਾਂ ਆਣ ਕੇ ਉਹਨਾਂ ਨੇ ਚਲਾਈਆਂ। ਅੱਜ ਵੀ ਉਹਨਾਂ ਦੇ ਬਾਬਤ ਬਾਬਾ ਬੰਦਾ ਸਿੰਘ ਜੀ ਬਹਾਦਰ, ਉਹਨਾਂ ਦੇ ਬਾਬਤ ਕੁਝ ਇਤਿਹਾਸਕਾਰਾਂ ਨੇ ਸਹੀ ਢੰਗ ਦੇ ਨਾਲ ਤੇ ਕਈਆਂ ਨੇ ਸਹੀ ਢੰਗ ਦੇ ਨਾਲ ਵਿਸ਼ਲੇਸ਼ਣ ਨਹੀਂ ਕੀਤਾ ਬਾਬਾ ਬੰਦਾ ਸਿੰਘ ਜੀ ਬਹਾਦਰ ਦੀ ਸ਼ਹਾਦਤ ਦਾ। ਇੱਕ ਦੱਖਣੀ ਅਫਰੀਕਾ ਦੀ ਜੋ ਉਥੋਂ ਦੇ ਰਾਈਟਰ ਨੇ, ਉਹਨਾਂ ਦੀ ਇੱਕ ਇੰਗਲਿਸ਼ ਦੀ ਕੋਟੇਸ਼ਨ ਆਉਂਦੀ ਹੈ, ਜਿਵੇਂ ਆਪਾਂ ਮੁਹਾਵਰਾ ਕਹਿੰਦੇ ਹਾਂ, ਉਹ ਕਹਿੰਦੇ ਨੇ, ਇਫ ਲੋਇਨ ਹੈਜ਼ ਨੋ ਹਿਸਟੋਰੀਅਨ ਦਾ ਹਿਸਟਰੀ ਆਫ ਹੰਟ ਵਿਲ ਗਲੋਰੀਫਾਈ ਦਾ ਹੰਟਰ। ਕਹਿੰਦੇ ਜੇ ਸ਼ੇਰ ਨੇ ਆਪਣਾ ਇਤਿਹਾਸ ਆਪ ਨਹੀਂ ਨਾ ਲਿਖਿਆ, ਜੇ ਸ਼ੇਰ ਨੇ ਆਪਣਾ ਇਤਿਹਾਸ ਆਪ ਨਹੀਂ ਲਿਖਿਆ, ਬਾਅਦ ਦੇ ਅੰਦਰ ਸ਼ਿਕਾਰੀ ਦੀ ਬਹਾਦਰੀ ਨੂੰ ਚੜ੍ਹਤ ਦੇ ਨਾਲ ਲੋਕ ਲਿਖਣਗੇ। ਧਿਆਨ ਦਿਓ ਇਸ ਗੱਲ ਦਾ। ਇਦਾਂ ਹੀ ਕਹਿਣਗੇ ਨਾ ਵੀ ਫਲਾਣਾ ਸਿਆਣੇ ਸ਼ੇਰ ਦਾ ਇਦਾਂ ਕਰਕੇ ਸ਼ਿਕਾਰ ਕਰ ਦਿੱਤਾ। ਪਰ ਜੇ ਕਿਤੇ ਸ਼ੇਰ ਨੇ ਆਪਣਾ ਇਤਿਹਾਸ ਖੁਦ ਲਿਖਿਆ ਹੁੰਦਾ, ਭਾਈ ਉਹ ਦੱਸਦਾ ਵੀ ਦਗਾ ਕਿਸ ਨੇ ਕੀਤਾ ਸੀ ਤੇ ਉਹਲਾ ਕਿਹੜੇ ਖਲੋਤਾ ਸੀ। ਬਾਬਾ ਬੰਦਾ ਸਿੰਘ ਬਹਾਦਰ ਜੀਆਂ ਦੀ ਸ਼ਹਾਦਤ ਨਾਲ, ਉਹਨਾਂ ਦੇ ਜੀਵਨ ਨਾਲ ਵੀ ਸਾਧ ਸੰਗਤ ਜੀਓ ਇੰਜ ਹੀ ਹੋਇਆ। ਇਤਿਹਾਸ ਲਿਖਿਆ ਕਿਸ ਨੇ? ਫਾਰਸੀ ਦੇ ਸਰੋਤ ਨੇ, ਮੁਸਲਮਾਨ ਇਤਿਹਾਸਕਾਰਾਂ ਨੇ ਇਤਿਹਾਸ ਲਿਖਿਆ। ਤੇ ਮੰਨ ਲਓ ਜਦੋਂ ਉਹ ਲਿਖਣਗੇ ਇਤਿਹਾਸ ਤੇ ਉਹਨਾਂ ਕੀ ਲਿਖਣਾ ਹੈ? ਉਹਨਾਂ ਨੇ ਉਹ ਲਿਖਿਆ ਕਿ ਬਾਬਾ ਬੰਦਾ ਸਿੰਘ ਬਹਾਦਰ ਜੀਆਂ ਨੇ ਕਬਰਾਂ ਖੁਦਵਾਈਆਂ ਜਾਂ ਕਬਰਾਂ ਪਟਵਾਈਆਂ ਜਾਂ ਮਸਜਿਦਾਂ ਉਹਨਾਂ ਨੇ ਢਾਈਆਂ। ਆਪਾਂ ਪੜ੍ਹਨੇ ਹਾਂ ਸਾਧ ਸੰਗਤ ਜੀਓ ਕਿ ਬਾਬਾ ਬੰਦਾ ਸਿੰਘ ਬਹਾਦਰ ਜੀਆਂ ਨੇ ਸਰਹੰਦ ਫਤਿਹ ਕੀਤੀ, ਪਰ ਨਾਲ ਹੀ ਆਪਾਂ ਪਾਵਨ ਸਤਿਗੁਰੂ ਮਹਾਰਾਜ ਜੀਓ ਕੇ ਪਾਵਨ ਸਥਾਨ ਗੁਰਦੁਆਰਾ ਫਤਿਹਗੜ੍ਹ ਸਾਹਿਬ ਦੇ ਨਾਲ ਹੀ ਆਪਾਂ ਉੱਥੇ ਮਸਜਿਦਾਂ ਵੇਖਨੇ ਆ। ਜੇ ਸਮਾਣਾ ਗਰਕ ਉਹਨਾਂ ਵਾਹਿਗੁਰੂ ਜੇ ਸਰਹੰਦ ਉਹਨਾਂ ਫਤਿਹ ਕੀਤੀ ਤੇ ਮਸਜਿਦਾਂ ਬਾਕੀ ਕਿਵੇਂ ਰਹਿ ਗਈਆਂ? ਇਹ ਕੇਵਲ ਇੱਕ ਹੀ ਪੱਖ ਉਹਨਾਂ ਇਤਿਹਾਸਕਾਰਾਂ ਨੇ ਬਾਬਾ ਬੰਦਾ ਸਿੰਘ ਬਹਾਦਰ ਜੀਆਂ ਦਾ ਲਿਖਿਆ। ਬਾਬਾ ਬੰਦਾ ਸਿੰਘ ਜੀ ਬਹਾਦਰ, ਉਹਨਾਂ ਦੀ ਸ਼ਹਾਦਤ ਨੂੰ ਉਸ ਤਰੀਕੇ ਨਾਲ ਉਹਨਾਂ ਨਹੀਂ ਲਿਖਿਆ। ਕਿਉਂ? ਕਿਉਂਕਿ ਉਹ ਲਿਖ ਰਹੇ ਨੇ, ਉਹਨਾਂ ਨੇ ਤਾਂ ਆਪਣਾ ਮੁਗਲਿਆ ਸਾਮਰਾਜ ਦਾ ਮੁਸਲਮਾਨ ਇਤਿਹਾਸ ਉਹਨਾਂ ਤੇ ਆਪਣਾ ਉਸ ਢੰਗ ਦੇ ਨਾਲ ਲਿਖਣਾ ਹੈ, ਤੇ ਜਿਹੜੇ ਬਾਅਦ ਦੇ ਅੰਦਰ ਆਪਣੇ ਵੀ ਹੋਏ ਉਹਨਾਂ ਨੇ ਵੀ ਉਸੇ ਤਰ੍ਹਾਂ ਹੀ ਇਤਿਹਾਸ ਲਿਖ ਦਿੱਤਾ ਕਿ ਸਤਿਗੁਰੂ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆਂ ਦੇ ਘਰ ਤੋਂ ਜੀ ਉਹ ਬੇਮੁਖ ਹੋਏ ਹਨ, ਜਾਂ ਹੋਰ ਵੀ ਢੰਗ ਤਰੀਕਿਆਂ ਦੇ ਨਾਲ। ਸਾਧ ਸੰਗਤ ਜੀਓ, ਸਤਿਗੁਰੂ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆਂ ਦੀ ਅਸੀਸ ਸੀ। ਬੱਚੇ ਨੂੰ ਬੁਖਾਰ ਵੀ ਚੜ ਜਾਏ, ਘਰ ਦੇ ਅੰਦਰ ਜਿਤਨੇ ਜੀ ਨੇ ਸਾਧ ਸੰਗਤ ਜੀਓ ਪਰੇਸ਼ਾਨ ਹੋ ਜਾਂਦੇ ਹਨ। ਬੱਚਾ ਰਾਤ ਨੂੰ ਰੋਟੀ ਖਾ ਕੇ ਨਾ ਸੁੱਤਾ ਹੋਵੇ, ਸਾਰਾ ਘਰ ਦੇ ਅੰਦਰ ਟੱਬਰ ਪਰਿਵਾਰ ਚਿੰਤਾਤੁਰ ਹੁੰਦੇ ਹਨ। ਇਤਿਹਾਸਕਾਰ ਲਿਖਦੇ ਨੇ 3.5 ਮਹੀਨਿਆਂ ਦੇ ਬਾਅਦ ਜਦੋਂ ਬਾਬਾ ਬੰਦਾ ਸਿੰਘ ਬਹਾਦਰ ਜੀਆਂ ਨੂੰ ਉਹਨਾਂ ਦਾ ਪੁੱਤਰ ਅੱਖਾਂ ਸਾਹਮਣੇ ਮਿਲਿਆ ਦਿੱਲੀ ਮਹਿਰੌਲੀ ਦੀ ਧਰਤੀ ਤੇ, ਜਿਸ ਵਕਤ ਗੁਰਦਾਸ ਨੰਗਲ ਦੀ ਗੜੀ ਤੋਂ ਪਕੜ ਕਰਕੇ ਲੈ ਕੇ ਗਏ ਬਾਬਾ ਬੰਦਾ ਸਿੰਘ ਬਹਾਦਰ ਤੇ ਨਾਲ ਉਹਨਾਂ ਦੇ ਜਿਹੜੇ ਹੋਰ ਸੂਰਬੀਰ ਸਨ, ਪਕੜ ਕਰਕੇ ਲੈ ਕਰਕੇ ਗਏ। ਬਾਬਾ ਬੰਦਾ ਸਿੰਘ ਬਹਾਦਰ ਨੂੰ ਹੋਰ ਥਾਂ ਤੇ ਬਾਬਾ ਬਾਜ ਸਿੰਘ, ਬਾਬਾ ਮਾਲੀ ਸਿੰਘ, ਉਹਨਾਂ ਨੂੰ ਵੱਖਰੇ ਵੱਖਰੇ ਥਾਵਾਂ ਤੇ ਉਹਨਾਂ ਨੂੰ ਕੈਦ ਕਰ ਦਿੱਤਾ। ਬਾਬਾ ਬੰਦਾ ਸਿੰਘ ਬਹਾਦਰ ਉਹਨਾਂ ਦੀ ਸੁਪਤਨੀ ਤੇ ਉਹਨਾਂ ਦੇ ਪੁੱਤਰ ਨੂੰ ਇੱਕ ਪਾਸੇ ਕੈਦ ਕੀਤਾ, ਬਾਬਾ ਬੰਦਾ ਸਿੰਘ ਬਹਾਦਰ ਜੀਆਂ ਨੂੰ ਇੱਕ ਹੋਰ ਥਾਂ ਤੇ ਉਹਨਾਂ ਨੂੰ ਵੱਖਰੀ ਥਾਂ ਤੇ ਉਹਨਾਂ ਨੂੰ ਕੈਦ ਕੀਤਾ। ਲਗਭਗ 3.5 ਮਹੀਨਿਆਂ ਦੇ ਬਾਅਦ, ਕਿਉਂਕਿ ਪਹਿਲਾਂ ਬੜੇ ਉਹਨਾਂ ਨੂੰ ਤਸੀਹੇ ਦਿੱਤੇ, ਬੜੇ ਭੁੱਖਣ ਭਾਣੇ ਉਹਨਾਂ ਨੂੰ ਰੱਖਿਆ, ਜਾਂ ਰੱਜ ਕੇ ਜਿੰਨਾ ਕੁ ਉਹ ਜਲੀਲ ਕਰ ਸਕਦੇ ਸਨ ਕਿ ਉਹਨਾਂ ਦਾ ਮੁਰਾਲ ਡੇਗਣ ਦੇ ਵਾਸਤੇ, ਜਾਂ ਲੋਕਾਂ ਦੇ ਅੰਦਰ ਮੁਗਲਿਆ ਸਾਮਰਾਜ ਆਪਣੀ ਚੜ੍ਹਤ ਵਿਖਾਉਣ ਦੇ ਵਾਸਤੇ ਕਿ ਲੋਕ ਕਹਿੰਦੇ ਸਨ ਬਾਬਾ ਬੰਦਾ ਸਿੰਘ ਬਹਾਦਰ ਦੇ ਕੋਲ ਇੰਨੀਆਂ ਸ਼ਕਤੀਆਂ ਨੇ, ਜੇ ਅੱਜ ਸ਼ਕਤੀਆਂ ਨੇ ਤੇ ਭੱਜਦਾ ਕਿਉਂ ਨਹੀਂ? ਇਹ ਸਾਰਾ ਕੁਝ ਵਿਖਾਉਣ ਦੇ ਵਾਸਤੇ ਬੜਾ ਚਿਰ ਉਹਨਾਂ ਨੂੰ ਸਖਤ ਤਸੀਹੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਦਿੱਤੇ ਗਏ।
ਲਗਭਗ 3.5 ਮਹੀਨਿਆਂ ਦੇ ਬਾਅਦ ਬਾਬਾ ਬੰਦਾ ਸਿੰਘ ਬਹਾਦਰ ਤੇ ਉਹਨਾਂ ਦੇ ਪੁੱਤਰ ਨੂੰ ਆਪਸ ਦੇ ਅੰਦਰ ਮੇਲ ਉਹਨਾਂ ਦਾ ਕਰਾਇਆ। ਬਾਬਾ ਬੰਦਾ ਸਿੰਘ ਬਹਾਦਰ ਦੇ ਕੋਲ ਜਾ ਕੇ ਬਿਠਾ ਕੇ ਫਰਖਸ਼ੀਅਰ ਉਸ ਵਕਤ ਜਿਹੜਾ ਬਾਦਸ਼ਾਹ ਸੀ, ਫਰਖਸ਼ੀਅਰ ਬਣ ਚੁੱਕਾ ਸੀ। ਬਹਾਦਰ ਸ਼ਾਹ ਦੀ ਮੌਤ ਤੋਂ ਬਾਅਦ ਬਾਦਸ਼ਾਹ ਫਰਖਸ਼ੀਅਰ ਉਸ ਵਕਤ ਦਿੱਲੀ ਤਖਤ ਤੇ ਆਣ ਕੇ ਬੈਠਾ। ਇੱਕੋ ਗੱਲ ਉਹਨਾਂ ਬਾਬਾ ਬੰਦਾ ਸਿੰਘ ਬਹਾਦਰ ਨੂੰ ਕਹੀ ਕਿ ਤੇਰੀ ਗੋਦੀ ਦੇ ਅੰਦਰ ਇਹ 4 ਸਾਲ ਦਾ ਪੁੱਤਰ, ਤੇ ਉਹਨਾਂ ਦੇ ਹੱਥ ਵਿੱਚ ਕਟਾਰ ਦੇ ਕੇ ਕਿਹਾ ਕਿ ਤੁਸੀਂ ਆਪਣੇ ਪੁੱਤਰ ਦਾ ਹੱਥੀਂ ਕਤਲ ਕਰੋ। ਬਾਬਾ ਬੰਦਾ ਸਿੰਘ ਬਹਾਦਰ ਦਾ ਮੋੜਵਾਂ ਉੱਤਰ ਸੀ, ਫਰਖਸ਼ੀਅਰ ਬਾਦਸ਼ਾਹ, ਜੇ ਕਿਤੇ ਮੇਰੀ ਝੋਲੀ ਵਿੱਚ ਤੇਰਾ ਪੁੱਤਰ ਵੀ ਪਿਆ ਹੁੰਦਾ, ਇਹ ਘਿਨਾਉਣਾ ਕੰਮ ਤਾਂ ਮੈਂ ਤੇਰੇ 4 ਸਾਲ ਦੇ ਪੁੱਤਰ, ਦੁਸ਼ਮਣ ਦੇ ਪੁੱਤਰ ਨਾਲ ਵੀ ਨਹੀਂ ਸੀ ਕਰਨਾ, ਜਿਹੜਾ ਤੂੰ ਕੰਮ ਮੈਨੂੰ ਮੇਰੇ ਪੁੱਤਰ ਨਾਲ ਤੂੰ ਕਰਨ ਵਾਸਤੇ ਕਹਿ ਰਿਹਾ ਹੈ। ਜੇ ਕਿਤੇ ਮੇਰੀ ਗੋਦ ਦੇ ਅੰਦਰ ਦੁਸ਼ਮਣ ਦਾ ਪੁੱਤਰ ਵੀ ਪਿਆ ਹੁੰਦਾ, ਇਹ ਘਿਨਾਉਣਾ ਕੰਮ ਤਾਂ ਮੈਂ ਉਸ ਦੇ ਨਾਲ ਵੀ ਨਹੀਂ ਸੀ ਕਰਨਾ। ਇਹ ਸਾਧ ਸੰਗਤ ਜੀਓ, ਬਾਣੀ ਦੀ ਥਾਪੜਾ, ਬਾਣੀ ਦੀ ਅਸੀਸ, ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸ਼ਹੀਦਾਂ ਦਾ ਪਹਿਰਾ, ਮਹਾਰਾਜ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆਂ ਦੀ ਅਸੀਸ ਹੀ ਸੀ। ਤੇਰਾ ਕੀਆ ਮੀਠਾ ਲਾਗਰ ਨਾਮ ਪਦਾਰਥ ਨਾਨਕ ਮੰਗੈ, ਗਾਉਂਦਿਆਂ ਗਾਉਂਦਿਆਂ ਬਾਬਾ ਬੰਦਾ ਸਿੰਘ ਬਹਾਦਰ ਜੀਆਂ ਨੇ ਸ਼ਹਾਦਤ ਦਾ ਜਾਮ ਪੀਤਾ। ਪਹਿਲਾਂ ਅੱਖ ਕੱਢੀ, ਇੱਕ ਬਾਂਹ ਵੱਢੀ, ਇੱਕ ਪਾਸਿਓਂ ਲੱਤ ਵੱਢੀ, ਕਿੰਨਾ ਚਿਰ ਤੜਫਣ ਤੋਂ ਬਾਅਦ ਇਸੇ ਤਰ੍ਹਾਂ ਦੂਸਰੇ ਪਾਸਿਓਂ ਅੱਖ ਕੱਢ ਕੇ ਬਾਬਾ ਬੰਦਾ ਸਿੰਘ ਬਹਾਦਰ ਜੀਆਂ ਦੀ ਬਾਂਹ ਫਿਰ ਦੂਸਰੀ ਵੱਢ ਕੇ ਇਸ ਢੰਗ ਦੇ ਨਾਲ ਦਿੱਲੀ ਮਹਿਰੌਲੀ ਦੀ ਧਰਤੀ ਤੇ ਬਾਬਾ ਬੰਦਾ ਸਿੰਘ ਬਹਾਦਰ ਜੀਆਂ ਨੂੰ ਇਸ ਤਰੀਕੇ ਨਾਲ ਸ਼ਹੀਦ ਕੀਤਾ ਗਿਆ। ਉਹ ਭਾਵਨਾ ਵਾਲੇ ਗੁਰੂ ਕੇ ਪਿਆਰੇ, ਕਿਉਂਕਿ ਸਾਧ ਸੰਗਤ ਜੀਓ, ਬਾਬਾ ਬੰਦਾ ਸਿੰਘ ਬਹਾਦਰ ਜੀਆਂ ਦੀ ਸ਼ਹਾਦਤ ਤੇ ਨਾਲ ਗੁਰੂ ਕੇ ਅਨੰਨ ਸਿੱਖਾਂ ਦੀ ਸ਼ਹਾਦਤ ਲਗਭਗ ਦਿੱਲੀ 7 ਤੋਂ 10 ਦਿਨ ਲਗਾਤਾਰ ਕਤਲੋਗਾਰਤ ਹੋਈ। ਜਿਵੇਂ ਕੋਈ ਲਾਸ਼ਾਂ ਦਾ ਢੇਰ ਲੱਗਾ ਹੋਵੇ, ਇਸ ਤਰੀਕੇ ਦੇ ਨਾਲ ਅਨੇਕਾਂ ਜਿਹੜੇ ਉਸ ਵਕਤ ਦੇ ਬਾਹਰ ਦੇ ਜਿਹੜੇ ਲਿਖਾਰੀ ਸਨ, ਅੰਗਰੇਜ਼ ਲਿਖਾਰੀ, ਉਹਨਾਂ ਨੇ ਕੱਲੇ ਕੱਲੇ ਜਿਹੜਾ ਦਿਨ ਦ੍ਰਿਸ਼ ਨੂੰ ਉਹਨਾਂ ਨੇ ਆਪਣੇ ਹੱਥੀਂ ਉਹਨਾਂ ਨੇ ਕਲਮਬੰਦ ਕੀਤਾ, ਲਿਖਿਆ ਹੈ ਉਹਨਾਂ ਨੇ ਵੀ ਕਿਸ ਤਰੀਕੇ ਦੇ ਨਾਲ ਉੱਥੇ ਸ਼ਹਾਦਤਾਂ ਹੋਈਆਂ। ਕਿਉਂਕਿ ਉਹਨਾਂ ਦਿਨਾਂ ਦੇ ਅੰਦਰ ਜਿਹੜੇ ਅੰਗਰੇਜ਼ ਲੋਕ ਸਨ, ਹਿੰਦੁਸਤਾਨ ਦੀ ਧਰਤੀ ਤੇ ਆਉਣੇ, ਈਸਟ ਇੰਡੀਆ ਕੰਪਨੀ ਦੇ ਰੂਪ ਵਿੱਚ ਇੱਥੇ ਆਉਣੇ ਪਹਿਲਾਂ ਆਰੰਭ ਹੋ ਚੁੱਕੇ ਸਨ। ਉਹ ਭਾਵੇਂ ਉੱਤਰੀ ਭਾਰਤ ਵਿੱਚ ਨਹੀਂ ਸਨ ਆਏ, ਪਹਿਲਾਂ ਦੱਖਣੀ ਭਾਰਤ ਵਿੱਚ ਆਏ। ਉਹਨਾਂ ਵਿੱਚੋਂ ਜਿਹੜੇ ਘੁੰਮਣ ਵਾਲੇ ਲੋਕ ਸਨ, ਪੱਤਰਕਾਰ ਸ਼ਬਦ ਵਰਤ ਲਈਏ, 1-2 ਈਸਾਈ, ਉਹਨਾਂ ਨੇ ਬਾਬਾ ਬੰਦਾ ਸਿੰਘ ਬਹਾਦਰ ਜੀਆਂ ਤੋਂ ਪਹਿਲਾਂ ਜਿਹੜੀਆਂ ਜਿਹੜੀਆਂ ਸ਼ਹਾਦਤਾਂ ਗੁਰੂ ਕੇ ਸਿੱਖਾਂ ਦੀਆਂ ਹੋਈਆਂ, ਉਹਨਾਂ ਨੇ ਵਰਣਨ ਕੀਤੀਆਂ। ਇੱਕੋ ਗੱਲ ਦਾ ਉਹਨਾਂ ਦਾ ਟਿਲ ਲੱਗਾ ਰਿਹਾ, ਜ਼ੋਰ ਲੱਗਾ ਰਿਹਾ ਬਈ ਕੋਈ ਵੀ ਇਹਨਾਂ ਵਿੱਚੋਂ ਇੰਨੀ ਗੱਲ ਕਹਿ ਦਵੇ ਵੀ ਮੈਂ ਮੁਸਲਮਾਨ ਇਸਲਾਮ ਧਰਮ ਨੂੰ ਕਬੂਲ ਕਰਨਾ, ਉਹਨੂੰ ਛੱਡ ਦੇਵਾਂਗੇ, ਜਿਹੜਾ ਨਹੀਂ ਮੰਨਦਾ ਉਹਨੂੰ ਕਤਲ ਕਰ ਦਿਆਂਗੇ। ਆਪਾਂ ਪੜ੍ਹਨੇ ਆ ਨਾ, ਇੱਕ ਬੱਚਾ ਜਿਹਦਾ ਅਜੇ ਥੋੜੇ ਦਿਨ ਹੋਏ ਸਨ ਵਿਆਹ ਹੋਇਆ ਸੀ, ਮਾਂ ਕਿਵੇਂ ਨਾ ਕਿਵੇਂ ਪਹੁੰਚੀ, ਜਾ ਕੇ ਉਹਨੇ ਫਰਿਆਦ ਕੀਤੀ, ਮੇਰਾ ਬੱਚਾ ਤਾਂ ਖੇਤਾਂ ਵਿੱਚ ਪੱਠੇ ਵੱਢ ਰਿਹਾ ਸੀ, ਇਹ ਤਾਂ ਬੇਦੋਸ਼ਾ, ਇਹ ਤੁਹਾਡੀ ਫੌਜ ਪਕੜ ਕੇ, ਪੁਲਿਸ ਆਪਣਾ ਸਿਪਾਹੀ ਪਕੜ ਕੇ ਲੈ ਕੇ ਆਏ ਨੇ, ਮੇਰਾ ਪੁੱਤਰ ਤਾਂ ਬੇਦੋਸ਼ਾ ਹੈ, ਇਹ ਸਿੱਖ ਨਹੀਂ, ਇਹਨੂੰ ਤੁਸੀਂ ਛੱਡ ਦਿਓ। ਪੁੱਤਰ ਸਾਹਮਣੇ ਆਇਆ, ਮਾਂ ਨੇ ਆਪਣਾ, ਵਿਧਵਾ ਮਾਂ ਨੇ ਆਪਣਾ ਤਰਲਾ ਪਾਇਆ, ਮਿਹਨਤ ਪਾਈ, ਤੇ ਇਹੋ ਗੱਲ ਆਪਣੇ ਬੱਚੇ ਕੋਲ ਜਾ ਕੇ ਕਹੀ ਕਿ ਤੂੰ ਇੱਕ ਵਾਰੀ ਆਪਣੇ ਲਵਾਂ ਦੇ ਵਿੱਚੋਂ, ਬੁੱਲਾਂ ਵਿੱਚੋਂ ਕਹਿ ਦੇ ਵੀ ਮੈਂ ਸਿੱਖ ਨਹੀਂ ਹਾਂ, ਤੈਨੂੰ ਛੱਡ ਦੇਣਗੇ। ਜਦੋਂ ਕੋਲ ਗਿਆ ਬਾਦਸ਼ਾਹ ਫਰਖਸ਼ੀਅਰ ਦੇ, ਇੱਕੋ ਦਮ ਉਹਨੇ ਆਣ ਕੇ ਕਿਹਾ, ਲੋਕੋ ਮੇਰੀ ਮਾਂ ਦੀ ਮਮਤਾ ਇੰਨੀ ਗੱਲ ਕਹਾ ਰਹੀ ਹੈ ਕਿ ਮੈਂ ਸਿੱਖ ਨਹੀਂ, ਬਲਕਿ ਮੈਨੂੰ ਤਾਂ ਆਪਣੇ ਭਰਾਵਾਂ ਸਿੱਖਾਂ ਨਾਲੋਂ ਪਹਿਲਾਂ ਸ਼ਹੀਦ ਕਰੋ, ਮੈਨੂੰ ਤਾਂ ਹੋਰਨਾਂ ਨਾਲੋਂ ਪਹਿਲਾਂ ਤੁਸੀਂ ਸ਼ਹੀਦ ਕਰੋ। ਜਿੰਨੇ ਉਸ ਥਾਂ ਤੇ ਬੈਠੇ ਸਾਰਿਆਂ ਦੀਆਂ ਮੁਖ ਦੇ ਅੰਦਰ ਦੰਦਾਂ ਦੇ ਹੇਠਾਂ ਉਂਗਲਾਂ ਆ ਗਈਆਂ ਵੀ ਆਪਾਂ ਤਾਂ ਕਹਿੰਦੇ ਸਾਂ ਵੀ ਚਲੋ ਕੋਈ ਨਾ ਕੋਈ, ਕਈ ਦਿਨਾਂ ਦੇ ਬਾਅਦ ਇੱਕ ਤਾਂ ਆਇਆ ਜਿਹੜਾ ਮੰਨ ਗਿਆ ਆਪ ਵੀ ਮੈਂ ਸਿੱਖ ਨਹੀਂ, ਪਰ ਇਹਨੇ ਵੀ ਇਹ ਗੱਲ ਕਬੂਲਣ ਤੋਂ, ਮੰਨਣ ਤੋਂ ਨਾ ਕਰ ਦਿੱਤੀ ਵੀ ਮੈਂ ਤਾਂ ਸਿੱਖ ਹਾਂ, ਬਲਕਿ ਮੈਨੂੰ ਹੋਰਨਾਂ ਭਰਾਵਾਂ ਦੇ ਨਾਲੋਂ ਪਹਿਲਾਂ
ਤੁਸੀਂ ਮੈਨੂੰ ਸ਼ਹੀਦਾਂ ਦੀ ਕਤਾਰ ਵਿੱਚ ਸ਼ਾਮਲ ਕਰੋ। ਮੈਂ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀਆਂ ਦੇ ਚਰਨਾਂ ਵਿੱਚ ਪਹਿਲਾਂ ਜਾਣਾ ਚਾਹੁੰਦਾ ਹਾਂ। ਸਤਿ ਸ੍ਰੀ ਅਕਾਲ। ਆਪਣੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਦੇ ਚਰਨਾਂ ਵਿੱਚ ਪਹਿਲਾਂ ਜਾ ਕੇ ਥਾਂ ਮੰਨਣੀ ਚਾਹੁੰਦਾ ਹਾਂ ਸ਼ਹੀਦਾਂ ਵਿੱਚ। ਸਾਧ ਸੰਗਤ ਜੀਓ, ਅੱਜ ਉਹ ਮਹਾਨ ਸ਼ਹੀਦਾਂ ਦਾ ਦਿਹਾੜਾ ਹੈ। ਬਾਬਾ ਬੰਦਾ ਸਿੰਘ ਜੀ ਬਹਾਦਰ ਤਥਾ ਉਹਨਾਂ ਦੇ ਨਾਲ ਜਿਹੜੇ ਅਨੇਕਾਂ ਗੁਰੂ ਕੇ ਲਾਲ ਉਹਨਾਂ ਥਾਵਾਂ ਤੇ ਸ਼ਹਾਦਤਾਂ ਦਾ ਜਿਨ੍ਹਾਂ ਨੇ ਜਾਮ ਪੀਤਾ। ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਦੇ ਪਾਏ ਹੋਏ ਪੂਰਨਿਆਂ ਉੱਪਰ ਚੱਲੇ। ਜਿਨ੍ਹਾਂ ਥਾਵਾਂ ਨੇ ਪਾਤਸ਼ਾਹ ਜੀਆਂ ਨੂੰ ਇਸ ਥਾਂ ਤੇ ਚੈਨ ਦੇ ਨਾਲ ਨਹੀਂ ਜਿਉਣ ਦਿੱਤਾ, ਉਹਨਾਂ ਕੰਡਿਆਂ ਨੂੰ ਬਾਬਾ ਬੰਦਾ ਸਿੰਘ ਬਹਾਦਰ ਤੇ ਉਹਨਾਂ ਦੇ ਸਿਪਾਹੀਆਂ ਨੇ ਛਾਂਗ ਕੇ ਰੱਖ ਦਿੱਤਾ। ਸੂਰਾ ਸੋ ਪਹਿਚਾਨੀਐ, ਸੂਰਾ ਸੋ ਪਹਿਚਾਨੀਐ, ਸੂਰਾ ਸੋ ਪਹਿਚਾਨੀਐ, ਸੂਰਾ ਸੋ ਪਹਿਚਾਨੀਐ। ਜੋ ਲੜਾ ਦੀਨ ਕੇ ਹੇਤ, ਜੋ ਲੜਾ ਦੀਨ ਕੇ ਹੇਤ, ਜੋ ਲੜਾ ਦੀਨ ਕੇ ਹੇਤ, ਜੋ ਲੜੈ ਦੀਨ ਕੇ ਹੇਤ। ਪੁਰਜਾ ਕਟ ਮਰੈ, ਪੁਰਜਾ ਕਟ ਮਰੈ, ਪੁਰਜਾ ਕਟ ਮਰੈ, ਪੁਰਜਾ ਕਟ ਮਰੈ। ਕਬਹੂ ਨਾ ਛਾੜੈ ਖੇਤ, ਕਬਹੂ ਨਾ ਛਾੜੈ ਖੇਤ, ਕਬਹੂ ਨਾ ਛਾੜੈ ਖੇਤ, ਕਬਹੂ ਨਾ ਛਾੜੈ ਖੇਤ। ਬਾਬਾ ਬੰਦਾ ਸਿੰਘ ਜੀ ਬਹਾਦਰ, ਉਹਨਾਂ ਦੀ ਸ਼ਹਾਦਤ ਨੂੰ ਕੋਟਾਨ ਕੋਟ ਨਮਸਕਾਰ। ਚੱਲ ਰਹੀ ਲੜੀਵਾਰ ਇਤਿਹਾਸ ਦੀ ਕਥਾ। ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਮਹਾਰਾਜ ਮੇਲਿਓਂ ਬਾਬਾ ਉੱਠਿਆ, ਮੁਲਤਾਨੇ ਦੀ ਜਾਰਤ ਜਾਈ। ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਕਾਬਲ, ਕੰਧਾਰ, ਅਫਗਾਨਿਸਤਾਨ ਜੋ ਇਹਨਾਂ ਦਿਨਾਂ ਦੇ ਅੰਦਰ ਹੈ। ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਉਹਨਾਂ ਥਾਵਾਂ ਤੇ ਪਹੁੰਚੇ ਹਨ। ਪਿਛਲੇ ਦਿਨੀ ਹੀ ਆਪਾਂ ਖਬਰਾਂ ਸੁਣੀਆਂ ਕਿ ਗੁਰੂ ਘਰ ਦੇ ਅੰਦਰ ਵੜ ਕਰਕੇ ਬੰਦੂਕਧਾਰੀਆਂ ਨੇ ਕੰਧਾਰ ਦੇ ਉਸ ਕਾਬਲ ਥਾਂ ਤੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਦੇ ਪਾਵਨ ਪਵਿੱਤਰ ਸਥਾਨ ਤੇ ਅੱਗ ਲਾਈ। ਮਹਾਰਾਜ ਸੱਚੇ ਪਾਤਸ਼ਾਹ ਜੀਆਂ ਦੇ ਪਾਵਨ ਪਵਿੱਤਰ ਸਥਾਨ ਤੇ ਗੁਰੂ ਕੇ ਪਿਆਰਿਆਂ ਨੂੰ ਸ਼ਹੀਦ ਵੀ ਉਸ ਥਾਂ ਤੇ ਕੀਤਾ। ਇਹ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਦੀ ਫੁਲਵਾੜੀ ਹੈ। ਸਾਧ ਸੰਗਤ ਜੀ, ਅਫਗਾਨਿਸਤਾਨ ਦੇ ਅੰਦਰ ਪਹਿਲਾਂ ਬਹੁਤਾਤ ਦੇ ਅੰਦਰ ਗੁਰੂ ਕੇ ਪਿਆਰ ਵਾਲੇ ਉੱਥੇ ਵਸਦੇ ਸਨ, ਪਰ ਹਾਲਾਤ ਠੀਕ ਨਹੀਂ ਰਹੇ। ਵੱਖ-ਵੱਖ ਥਾਵਾਂ ਤੇ, ਇਹਨਾਂ ਥਾਵਾਂ ਤੇ ਵੀ ਕਾਬਲੀ ਸਿੱਖ ਗੁਰੂ ਕੇ ਪਿਆਰ ਵਾਲੇ, ਇਹਨਾਂ ਥਾਵਾਂ ਤੇ ਵੀ ਇੰਡੀਆ ਅੰਦਰ, ਪੰਜਾਬ ਅੰਦਰ ਆਏ, ਕੁਝ ਇੱਥੋਂ ਇੰਗਲੈਂਡ ਆਦਿ ਹੋਰ ਵੱਖ-ਵੱਖ ਥਾਵਾਂ ਤੇ ਚਲੇ ਗਏ। ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਨੇ ਜਿਨ੍ਹਾਂ ਥਾਵਾਂ ਤੇ ਚਰਨ ਪਾਏ, ਆਪਾਂ ਉੱਥੋਂ ਦਾ ਇਤਿਹਾਸ ਸਰਵਣ ਕਰ ਰਹੇ ਹਾਂ। ਸੋ ਮਹਾਰਾਜ ਜੀ ਵੱਖ-ਵੱਖ ਥਾਵਾਂ ਤੋਂ ਹੁੰਦਿਆਂ ਹੋਇਆਂ ਪਾਤਸ਼ਾਹ ਜੀ ਜਿਸ ਪ੍ਰਕਾਰ ਦੇ ਨਾਲ ਮਹਾਰਾਜ ਜੀਆਂ ਨੇ ਮਾਨ ਚੰਦ ਨੂੰ ਉਪਦੇਸ਼ ਮਹਾਰਾਜ ਜੀਆਂ ਨੇ ਦਿੱਤਾ, ਪਾਵਨ ਪਵਿੱਤਰ ਸ਼ਬਦ ਗਾਇਨ ਕੀਤਾ। ਜਿਨ ਕੀਆ ਤਿਨ ਦੇਖਿਆ, ਕਿਆ ਕਹੀਐ ਰੇ ਭਾਈ। ਮਹਾਰਾਜ ਜੀਆਂ ਨੇ ਸ਼ਬਦ ਗਾਇਨ ਉਸ ਥਾਂ ਤੇ ਕੀਤਾ। ਸਵਾਉ ਸਾਧ ਸੰਗਤ ਕਰੋ ਮਨ ਬਿਰਤੀਆਂ ਨੂੰ ਇਕਾਗਰ, ਵਿਚਾਰ ਅੱਗੇ ਸਰਵਣ ਕਰੀਏ। ਬਖਸ਼ੋ ਅਸੀਸ ਉਚਾਰਨ ਕਰੋ ਜੀ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਮਨ ਤਜ ਬਿਸ਼ਿਆਨ ਬਾਸ਼ਨਾ, ਭਰਮਿਓ ਜਨਮੇ ਅਨੇਕ। ਅਧਿਆਏ ਦੀ ਪ੍ਰਾਰੰਭਤਾ ਹੋਈ। ਕਵੀ ਜੀਆਂ ਨੇ ਮੰਗਲ ਕੀਤਾ ਮਨ ਨੂੰ ਸੰਬੋਧਨ ਹੋ ਕੇ, ਹੇ ਮੇਰਿਆ ਮਨਾ ਮਨ ਤਜ ਬਿਸ਼ਿਆਨ ਬਾਸ਼ਨਾ। ਹੇ ਮੇਰਿਆ ਮਨਾ, ਤੂੰ ਆਪਣੇ ਅੰਦਰ ਦੀ ਵਿਕਾਰਾਂ ਦੀ ਵਾਸ਼ਨਾਵਾਂ ਨੂੰ ਛੱਡ ਦੇ। ਹੁਣ ਤਾਂ ਵੇਖ ਤੂੰ ਕਿਤਨੇ ਜਨਮਾਂ ਤੋਂ ਭਟਕ ਰਿਹਾ ਹੈ। ਕਈ ਜਨਮ ਪਇਓ ਕੀਟ ਪਤੰਗਾ, ਕਈ ਜਨਮ ਗਜਮੀਨ ਕੁਰੰਗਾ। ਕਤ ਕੀ ਮਾਈ ਬਾਪ ਕਤ ਕੇਰਾ, ਕਿਦੂ ਥਾਵੋ ਹਮ ਆਏ। ਮਾਨ
ਤਜ ਵਿਸ਼ੀਅਨ ਵਾਸਨਾ ਭਰਮਿਓ ਜਨਮ ਅਨੇਕ। हे ਮੇਰਿਆ ਮਨਾ ਤੂੰ ਕਈ ਜਨਮ ਭਟਕਿਆ ਹੈ। ਅਬ ਸਤਿਗੁਰ ਕੀ ਸ਼ਰਨ ਗੋ ਪਾਵੇਂ ਆਨੰਦ ਬਬੇਕ। ਹੁਣ ਤੂੰ ਸਤਿਗੁਰੂ ਜੀਆਂ ਦੀ ਸ਼ਰਨ ਪੈ, ਸਤਿਗੁਰੂ ਜੀਆਂ ਦੀ ਸ਼ਰਨ ਪੈ ਕੇ ਤੂੰ ਆਨੰਦ ਵਿਵੇਕ, ਗੁਰੂ ਦੇ ਕੋਲੋਂ ਤੂੰ ਆਨੰਦ ਪ੍ਰਾਪਤ ਕਰੇਗਾ। ਗੁਰੂ ਕੋਲੋਂ ਮੁਕਤੀ ਦਾ ਰਾਹ ਤੈਨੂੰ ਪ੍ਰਾਪਤ ਹੋ ਜਾਵੇਗਾ। ਚੌਪਈ ਸ਼੍ਰੀ ਅੰਗਦ ਸੁਨ ਪਰਮ ਪਵਿੱਤਰਾ। ਇਹ ਧੰਨ ਸ਼੍ਰੀ ਗੁਰੂ ਅੰਗਦ ਦੇਵ ਮਹਾਰਾਜ ਜੀ ਉਹ ਭਾਈ ਬਾਲਾ ਜੀ ਸਰਵਣ ਕਰਵਾ ਰਹੇ ਨੇ। ਮਹਾਰਾਜ ਸਰਵਣ ਕਰੋ। ਧੰਨ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਦੀ ਜਨਮ ਦੀ ਪਵਿੱਤਰ ਕਥਾ। ਜਿਉ ਪੁਨ ਹੋਈ ਕਥਾ ਬਚਿਤਰਾ। ਜਿਸ ਪ੍ਰਕਾਰ ਇਹ ਕਥਾ ਵਾਪਰੀ, ਜਿਸ ਪ੍ਰਕਾਰ ਇਹ ਸਭ ਘਟਨਾਵਾਂ ਵਾਪਰੀਆਂ ਵਿਚਿੱਤਰ ਕਥਾ। ਤੈਂ ਤੇ ਜਬ ਕੀ ਨੋ ਪ੍ਰਸਥਾਨਾ। ਮਹਾਰਾਜ ਜੀਆਂ ਨੇ ਜਿਸ ਵਕਤ ਇਥੋਂ ਅੱਗੇ ਪ੍ਰਸਥਾਨ ਕੀਤਾ, ਪਹੁੰਚੇ ਨਗਰ ਜਾਏ ਮੁਲਤਾਨਾ। ਮਹਾਰਾਜ ਇਸ ਥਾਂ ਤੋਂ ਅਗਾ ਨਗਰ ਮੁਲਤਾਨ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਪਹੁੰਚ ਗਏ। ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਜੀ ਆਪਣੀਆਂ ਵਾਰਾਂ ਵਿੱਚ ਇਸ ਗੱਲ ਦੀ ਗਵਾਹੀ ਭਰਦੇ ਹਨ। ਮੇਲਿਓਂ ਬਾਬਾ ਉੱਠਿਆ ਮੁਲਤਾਨੇ ਦੀ ਜ਼ਾਰਤ ਜਾਈ। ਮਹਾਰਾਜ ਫਿਰ ਅਗਾ ਮੁਲਤਾਨ ਉਸ ਥਾਂ ਤੇ ਗਏ। ਪੀਰ ਬ੍ਰਿੰਦ ਜੈ ਸ਼ਮਸ ਸਮੇਤਾ। ਉਸ ਨਗਰ ਦੇ ਅੰਦਰ ਜੋ ਪੀਰ ਆਪਣਾ ਸਾਧ ਸੰਗਤ ਜੀਓ, ਜੋ ਨਗਰ ਮੁਲਤਾਨ ਜੋ ਪੀਰਾਂ ਦੀ ਧਰਤੀ ਆਪਾਂ ਕਹਿ ਸਕਨੇ ਹਾਂ ਗੜ ਹੈ। ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਉਸ ਥਾਂ ਤੇ ਪਹੁੰਚੇ ਜਿੱਥੇ ਸ਼ਮਸ਼ ਨਾਮ ਦਾ ਫਕੀਰ ਤੇ ਹੋਰ ਵੀ ਜਿੱਥੇ ਫਕੀਰ ਰਹਿੰਦੇ ਹਨ। ਜਿਵੇਂ ਹਿੰਦੁਸਤਾਨ ਅੰਦਰ ਕਾਸ਼ੀ ਦੀ ਧਰਤੀ ਵਿਦਿਆ ਵਾਸਤੇ ਮਸ਼ਹੂਰ ਸੀ। ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆਂ ਨੇ ਤਖਤ ਸ੍ਰੀ ਦਮਦਮਾ ਸਾਹਿਬ ਦੇ ਪਾਵਨ ਸਥਾਨ ਨੂੰ ਗੁਰੂ ਕੀ ਕਾਸ਼ੀ ਦਾ ਖਿਤਾਬ ਦਿੱਤਾ। ਇਸੇ ਤਰ੍ਹਾਂ ਸਾਧ ਸੰਗਤ ਜੀਓ ਮੁਲਤਾਨ ਦੀ ਧਰਤੀ ਪੀਰ ਉੱਥੇ ਬਹੁਤਾਤ ਵਿੱਚ ਉਹਨਾਂ ਦਾ ਵਾਸਾ ਸੀ, ਉਹਨਾਂ ਦੀ ਗਿਣਤੀ ਉੱਥੇ ਬਹੁਤ ਸੀ। ਮਿਲਨ ਚੇਉ ਬੇਦੀ ਕੁਲ ਕੇਤਾ। ਮਹਾਰਾਜ ਸ਼ਮਸ਼ ਨਾਮ ਦੇ ਉਸ ਪੀਰ ਨੂੰ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਮਿਲਣਾ ਚਾਹੁੰਦੇ ਹਨ। ਦੇਨ ਉਪਦੇਸ਼ ਆਪਨੋ ਨੀਕਾ। ਪਾਤਸ਼ਾਹ ਜੀਆਂ ਨੇ ਉਪਦੇਸ਼ ਜੂ ਦੇਣਾ ਹੈ। ਕੱਲਾ ਉਪਦੇਸ਼ ਮਹਾਰਾਜ ਜੀਆਂ ਨੇ ਜਿੱਥੇ ਦੇਣਾ ਹੈ ਪਾਤਸ਼ਾਹ, ਉੱਥੇ ਇੱਕ ਗਿਆਨ ਦਾ ਦੀਪਕ ਜਗਾ ਕੇ ਜਾਣਗੇ। ਜਿਨੇ ਫਿਰ ਅਗਾ ਗਿਆਨ ਵੰਡਣਾ ਹੈ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਦੇ ਪ੍ਰਸਥਾਨ ਕਰ ਜਾਣ ਤੋਂ ਬਾਅਦ ਵੀ ਜਿਨੇ ਅਗਾ ਫੁਲਵਾੜੀ ਨੂੰ ਪਾਣੀ ਪਾਉਣ ਦਾ ਕੰਮ ਕਰਨਾ, ਮਹਾਰਾਜ ਐਸੇ ਨੂੰ ਲੱਭ ਰਹੇ ਹਨ। ਜਿਸ ਬਿਦੋਏ ਉਧਾਰ ਇਸ ਜੀ ਕਾ। ਜਿਹਦੇ ਨਾਲ ਇਸ ਜੀ ਦਾ ਉਧਾਰ ਹੋ ਜਾਵੇ, ਜਿਹਦੇ ਨਾਲ ਉਹਦਾ ਉਧਾਰ ਹੋਵੇ। ਸ਼ਮਸ ਤਬਰੇਜ਼ ਰਹਿਤ ਜੈ ਥਾਈ। ਜਿਸ ਥਾਂ ਤੇ ਸਾਧ ਸੰਗਤ ਜੀਓ ਸ਼ਮਸ਼ ਤਬਰੇਜ਼ ਜਿਸ ਥਾਂ ਤੇ ਰਹਿੰਦਾ ਹੈ, ਉਸ ਥਾਂ ਤੇ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਪਹੁੰਚੇ ਹਨ। ਤਹਾਂ ਜਾਏ ਬੈਠੇ ਜਗ ਸਾਈ। ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਸ਼ਮਸ਼ ਤਬਰੇਜ਼ ਦੀ ਜਿਹੜੀ ਖਾਨਕਾ ਹੈ, ਮਹਾਰਾਜ ਜੀ ਉਸ ਥਾਂ ਤੇ ਪਹੁੰਚ ਗਏ। ਸ਼ਮਸ਼ ਤਬਰੇਜ਼ ਦੀ ਖਾਨਕਾ ਜੋ ਮੁਲਤਾਨ ਅੰਦਰ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਉਸ ਥਾਂ ਤੇ ਗਏ। ਬਾਅਦ ਦੇ ਅੰਦਰ ਵੀ ਸਾਧ ਸੰਗਤ ਜੀ ਉੱਥੇ ਪ੍ਰਕਾਸ਼ ਲੰਮਾ ਸਮਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦਾ ਜੋ ਪ੍ਰਕਾਸ਼ ਉਸ ਸਥਾਨ ਤੇ ਸੀ। ਭਾਈ ਵੀਰ ਸਿੰਘ ਜੀਆਂ ਨੇ ਹੇਠਾਂ ਫੁੱਟਨੋਟ ਵੀ ਦਿੱਤਾ ਹੈ ਕਿ ਸ਼੍ਰੀਮਾਨ ਸੰਤ ਬਸੰਤ ਸਿੰਘ ਤੇ ਕਈ ਪ੍ਰੇਮੀਆਂ ਨੇ ਉਹ ਅਸਥਾਨ ਆਪ ਡਿੱਠਾ ਜਿੱਥੇ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਨੇ ਸ਼ਮਸ਼ ਤਬਰੇਜ਼ ਦੀ ਖਾਨਕਾ ਵਿੱਚ ਚਰਨ ਪਾਏ। ਪਰ ਬਾਅਦ ਦੇ ਅੰਦਰ ਕੋਈ ਜੋ ਉੱਥੇ ਸਨ ਗੁਰੂ ਕੇ ਗ੍ਰੰਥੀ ਸਿੰਘ ਉਪਜੀਵਕਾ ਦਾ ਸਾਧਨ ਨਾ ਹੋਣ ਕਰਕੇ ਫਿਰ ਉਸ ਥਾਂ ਤੇ ਜੋ ਪਾਵਨ ਪਵਿੱਤਰ ਮਹਾਰਾਜ ਜੀਆਂ ਦੇ ਪ੍ਰਕਾਸ਼ਨ ਹੌਲੀ ਹੌਲੀ ਸਥਾਨ ਤੋਂ ਹਟ ਗਿਆ, ਲੋਪ ਹੋ ਗਏ ਸਥਾਨ।
ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਸ਼ਮਸ ਤਬਰੇਜ਼ ਦੀ ਖਾਨਕਾ ਉੱਤੇ ਪਹੁੰਚੇ ਹਨ। ਸਭ ਪੀਰਨ ਕੋ ਸੁਧ ਜਬ ਹੋਈ। ਜਦੋਂ ਹੋਰ ਪੀਰਾਂ ਨੂੰ ਉਸ ਥਾਂ ਤੇ ਪਤਾ ਲੱਗਾ ਵੀ ਸਾਡੇ ਵਰਗੇ ਪੀਰ ਇੱਥੇ ਆਏ ਹਨ, ਮਿਲ ਕੇ ਮਤੋ ਕਰਤ ਪੇਸੋਈ। ਉਹ ਸਾਰੇ ਸਾਧ ਸੰਗਤ ਜੀਓ ਇਕੱਠੇ ਹੋ ਕੇ ਉਹਨਾਂ ਨੇ ਮਤਾ ਪਕਾਇਆ। ਇਨ ਜੀਤੇ ਸਭ ਥਾਨ ਮਹਾਨਾ। ਹੁਣ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਦੇ ਬਾਬਤ ਉਸ ਵਕਤ ਹੌਲੀ ਹੌਲੀ ਸਾਰੇ ਪਾਸੇ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਦੀ ਜਿਹੜੀ ਸੋਏ ਸੀ, ਖਬਰ ਸੀ, ਖੁਸ਼ਬੂ ਸੀ ਮਹਾਰਾਜ ਜੀਆਂ ਦੀ ਫੈਲੀ ਹੋਈ ਸੀ। ਪਰ ਜਿਹੜੇ ਕੋਈ ਅੰਦਰ ਦੀ ਈਰਖਾਵਾਦੀ ਲੋਕ ਸਨ, ਪਤਾ ਉਹਨਾਂ ਨੂੰ ਵੀ ਸੀ ਮਹਾਰਾਜ ਜੀਆਂ ਦੇ ਬਾਬਤ, ਉਹਨਾਂ ਨੇ ਸਾਧ ਸੰਗਤ ਮਿਲ ਕੇ ਸਾਰੇ ਪੀਰਾਂ ਨੇ ਮਤਾ ਪਕਾਇਆ। ਕਾਬਾ ਚਰਨਨ ਸੰਗ ਫਿਰਾਨਾ। ਇਹਨਾਂ ਨੇ ਤਾਂ ਆਪਣੇ ਚਰਨਾਂ ਨਾਲ ਕਾਬਾ ਫਿਰਾ ਦਿੱਤਾ। ਚਰਚਾ ਅਜ਼ਮਤ ਮੈਂ ਇਹ ਭਾਰੀ। ਹੁਣ ਵੱਡੀ ਗੱਲ ਹੈ, ਇਹਨਾਂ ਦੇ ਸਾਹਮਣੇ ਕੋਈ ਵਿਚਾਰ ਵਿੱਚ ਵੀ ਨਹੀਂ ਬੈਠ ਸਕਦਾ। ਜੇ ਤੁਸੀਂ ਕਹੋ ਕਿ ਇਹਨਾਂ ਨੂੰ ਵਿਚਾਰ ਦੇ ਵਿੱਚ ਵੀ ਆਪਾਂ ਕੋਈ ਹਰਾ ਸਕਦੇ ਹੋਈਏ, ਸਕਿਓ ਨ ਕੋ ਅਟਕ ਅਗਾਰੀ। ਇਹਨਾਂ ਸਾਹਮਣੇ ਕੋਈ ਅਟਕ ਵੀ ਨਹੀਂ ਸਕਦਾ। ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਜੀਆਂ ਦੀ ਬਾਤ ਕਰ ਰਹੇ ਨੇ, ਕਹਿੰਦੇ ਇਹਨਾਂ ਸਾਹਮਣੇ ਕੋਈ ਉੱਥੇ ਹੋਰ ਅਟਕ ਵੀ ਨਹੀਂ ਸਕਦਾ। ਸਰ ਬਰਬਾਦ ਨਹੀਂ ਬਨ ਆਈ। ਕੋਈ ਇਹਨਾਂ ਵਿੱਚ ਵਿਚਾਰ ਚਰਚਾ ਵਿੱਚ ਕੋਈ ਇਹਨਾਂ ਦੀ ਬਰਾਬਰਤਾਈ ਵੀ ਨਹੀਂ ਹੈ। ਬਿਨਤੀ ਕਰਕੇ ਕਰੋ ਵਿਦਾਈ। ਕਹਿੰਦੇ ਫਿਰ ਕੀ ਕਰੀਏ ਜੀ? ਕਹਿੰਦੇ ਜੇ ਇਹਨਾਂ ਵੀ ਆਣ ਕੇ ਮੁਲਤਾਨ ਦੀ ਧਰਤੀ ਤੇ ਪੱਕਾ ਡੇਰਾ ਲਾ ਲਿਆ ਤੇ ਆਪਣੀ ਪੁੱਛ ਪ੍ਰਤੀਤ ਘਟ ਜਾਏਗੀ। ਕਹਿੰਦੇ ਫਿਰ ਇੱਕ ਕੰਮ ਕਰੋ, ਇਹਨਾਂ ਨੂੰ ਬੇਨਤੀ ਕਰਕੇ ਇੱਥੋਂ ਵਿਦਾਇਗੀ ਦੇ ਦਿਓ। ਇਹਨਾਂ ਨੂੰ ਬੇਨਤੀ ਕਰ ਦਿਓ, ਬੇਨਤੀ ਦੇ ਰੂਪ ਵਿੱਚ ਹੀ ਇਹਨਾਂ ਨੂੰ ਇੱਥੋਂ ਵਿਦਾਇਗੀ ਦੇ ਦਿਓ ਵੀ ਇਹ ਇੱਥੇ ਪੱਕਾ ਡੇਰਾ ਨਾ ਲਾਉਣ, ਧੰਨ ਗੁਰੂ ਨਾਨਕ ਦੇਵ ਮਹਾਰਾਜ। ਪਰ ਪਾਤਸ਼ਾਹ ਜੀ ਤਾਂ ਉੱਥੇ ਪ੍ਰਚਾਰ ਵਾਸਤੇ ਜਾਂ ਜਿਵੇਂ ਸ਼ਮਸ ਤਬਰੇਜ਼ ਜਿੱਥੇ ਜਿੱਥੇ ਪਾਤਸ਼ਾਹ ਜੀਆਂ ਦੇ ਕੋਈ ਭਾਵਨਾ ਵਾਲਾ ਮਹਾਰਾਜ ਜੀਆਂ ਨੂੰ ਮੰਨਣ ਵਾਲਾ ਹੈ, ਮਹਾਰਾਜ ਜੀ ਤਾਂ ਉੱਥੇ ਗਏ ਹਨ। ਪਰ ਇਹਨਾਂ ਨੂੰ ਭਰਮ ਪੈਦਾ ਹੋ ਗਿਆ ਵੀ ਪਾਤਸ਼ਾਹ ਜੀਆਂ ਨੇ ਤਾਂ ਮੁਲਤਾਨ ਡੇਰਾ ਲਾਉਣਾ ਹੈ। ਅਸ ਵਿਚਾਰ ਕਰ ਦੂਧ ਕਟੋਰਾ। ਫਿਰ ਹੁਣ ਵੱਡੀ ਗੱਲ, ਉਹ ਆਪਣੀ ਰਸਨਾ ਤੋਂ ਕੁਝ ਕਹਿ ਵੀ ਨਹੀਂ ਸਕਦੇ। ਸਿੱਧੇ ਰੂਪ ਦੇ ਅੰਦਰ ਮਹਾਰਾਜ ਜੀਆਂ ਦੀ ਅਜ਼ਮਤ ਤੋਂ ਪ੍ਰਭਾਵਿਤ ਵੀ ਹਨ, ਪਤਾ ਵੀ ਹੈ। ਫਿਰ ਉਹਨਾਂ ਨੇ ਸਾਰਿਆਂ ਨੇ ਜਿਵੇਂ ਸਾਧ ਸੰਗਤ ਜੀਓ ਮਤਾ ਉਹਨਾਂ ਨੇ ਪਕਾਇਆ, ਦੁੱਧ ਦਾ ਕਟੋਰਾ ਉਹਨਾਂ ਨੇ ਭਰਿਆ ਹੈ। ਪਰ ਕਰ ਲੈ ਆਏ ਗੁਰ ਓਰਾ। ਭਰ ਕੇ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਦੇ ਕੋਲ ਲੈ ਕੇ ਆ ਗਏ। ਕਟੋਰਾ ਉਹਨਾਂ ਨੇ ਨੱਕੋ ਨੱਕ ਭਰਿਆ, ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਦੇ ਕੋਲ ਲੈ ਕੇ ਆਏ। ਏਓ ਜਨਾਵਨ ਤਿਨ ਨੈ ਕੀਨੋ। ਹੁਣ ਉਹਨਾਂ ਨੇ ਤਾਂ ਇਹਦੇ ਨਾਲ ਛਕਣ ਵਾਸਤੇ ਤਾਂ ਨਹੀਂ, ਪਰ ਉਹਨਾਂ ਨੇ ਜਨਾਉਣ ਵਾਸਤੇ, ਉਹਨਾਂ ਨੇ ਆਪਣੇ ਇੱਕ ਢੰਗ ਤਰੀਕੇ ਨਾਲ ਦੱਸਣ ਵਾਸਤੇ। ਪੀਰੀ ਪੁਰ ਮੁਲਤਾਨ ਸੁਚੀਨੋ। ਉਹਨਾਂ ਨੇ ਵਿਖਾਉਣ ਵਾਸਤੇ ਕਿ ਮੁਲਤਾਨ ਦੀ ਜੋ ਧਰਤੀ ਹੈ ਪੀਰਾਂ ਨਾਲ ਭਰੀ ਹੋਈ ਭਰਪੂਰ ਹੈ। ਜਿਵੇਂ ਦੁੱਧ ਵਿੱਚ ਕੋਈ ਹੋਰ ਨਹੀਂ ਨਾ ਸਮਾ ਸਕਦਾ, ਇਸੇ ਤਰ੍ਹਾਂ ਮੁਲਤਾਨ ਦੀ ਧਰਤੀ ਤੇ ਕੋਈ ਹੋਰ ਪੀਰ ਨਹੀਂ ਆ ਸਕਦਾ। ਜਿਵੇਂ ਇਸ ਭਰੇ ਹੋਏ ਨੱਕੋ ਨੱਕ ਭਰੇ ਹੋਏ ਇਸ ਕਟੋਰੇ ਵਿੱਚ ਕੋਈ ਹੋਰ ਸ਼ੈ ਨਹੀਂ ਸਮਾ ਸਕਦੀ, ਕੋਈ ਦੁੱਧ ਨਹੀਂ ਪੈ ਸਕਦਾ, ਹੋਰ ਸ਼ੈ ਨਹੀਂ ਪੈ ਸਕਦੀ, ਇਸੇ ਤਰ੍ਹਾਂ ਮੁਲਤਾਨ ਦੀ ਧਰਤੀ ਤੇ ਪੀਰ ਬੜੇ ਨੇ, ਹੋਰ ਵੀ ਨਹੀਂ ਕੋਈ ਇੱਥੇ ਆ ਸਕਦਾ। ਮਹਾਰਾਜ ਜੀਆਂ ਨੂੰ ਸਮਝਾਉਣ, ਮਹਾਰਾਜ ਸਤਿਗੁਰੂ ਦਿਲਾਂ ਦੀਆਂ ਜਾਣਨ ਹਾਰੇ, ਮਹਾਰਾਜ ਬੁੱਝਣ ਵਾਲੇ ਦਿਲਾਂ ਦੀਆਂ। ਉਹਨਾਂ ਨੇ ਤਾਂ ਆਪਣੇ ਮਨ ਵਿੱਚ ਜੋ ਫੁਰਨਾ ਫੁਰਿਆ ਪਾਤਸ਼ਾਹ ਜੀਆਂ ਦੇ ਕੋਲ ਤਾਂ ਫੁਰਨਾ ਹੀ ਪਹੁੰਚ ਗਿਆ, ਭਾਵੇਂ ਕਰਤੱਵ ਨਾ ਹੀ ਕਰਦੇ। ਉਹਨਾਂ ਨੇ ਭਰ ਕਰਕੇ ਸਾਧ ਸੰਗਤ ਇਸ ਪ੍ਰਕਾਰ ਨਾਲ ਆਏ ਹਨ। ਨਹੀਂ ਸਮਾਈ ਰਾਵਰ ਕੇਰੀ। ਕਹਿੰਦੇ ਵੀ ਤੁਹਾਡੀ ਇੱਥੇ ਸਮਾਈ ਨਹੀਂ ਹੈ। ਇਉਂ ਕਹਿ ਲਈਏ ਵੀ ਤੁਹਾਨੂੰ ਇਸ ਥਾਂ ਤੇ ਜੀ ਆਇਆ, ਅਸੀਂ ਕਹਿਣ ਵਾਸਤੇ ਤਿਆਰ ਨਹੀਂ।
ਤੁਹਾਡੀ ਇੱਥੇ ਸਮਾਈ ਨਹੀਂ, ਚੰਗਾ ਹੋਵੇ ਤੁਸੀਂ ਆਪ ਹੀ ਚਲੇ ਜਾਵੋ। ਗਮਨੋ ਅਪਰ ਥਾਨ ਪੁਰ ਹੇਰੀ ਤੁਸੀਂ ਹੋਰ ਕੋਈ ਥਾਂ ਵੇਖ ਲਓ, ਸ਼ੁਭ ਥਾਂ ਕੋਈ ਹੋਰ ਵੇਖ ਕਰਕੇ ਚਲੇ ਜਾਵੋ। ਨਿਕਟਿਆਨ ਜਬ ਧਰਿਓ ਅਗਾਰੀ ਹੁਣ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਦੇ ਕੋਲ ਆਣ ਕਰਕੇ ਬੜੇ ਧਿਆਨ ਦੇ ਨਾਲ ਉਹਨਾਂ ਨੇ ਆਣ ਕੇ ਸਾਰਿਆਂ ਨੇ, ਕਿਉਂਕਿ ਇਕੱਠੇ ਤਾਂ ਹੋਏ ਸਨ ਮੁਲਤਾਨ ਦੇ ਪੀਰ, ਆਣ ਕੇ ਉਹਨਾਂ ਨੇ ਪਾਤਸ਼ਾਹ ਜੀਆਂ ਦੇ ਕੋਲ ਦੁੱਧ ਦਾ ਕਟੋਰਾ ਬੜੇ ਧਿਆਨ ਨਾਲ ਰੱਖਿਆ। ਸ਼੍ਰੀ ਨਾਨਕ ਜਾਨੀ ਬਿਦ ਸਾਰੀ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਜਾਣ ਕੇ ਵੀ ਇਹ ਕਹਿਣਾ ਕੀ ਚਾਹੁੰਦੇ ਹਨ। ਮਹਾਰਾਜ ਜੀਆਂ ਨੇ ਉਹਨਾਂ ਦੇ ਅੰਦਰ ਨੂੰ ਬੁੱਝ ਲਿਆ। ਫੂਲ ਚੰਬੇਲੀ ਕੋ ਇੱਕ ਲੀਨਾ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਵੀ ਵੇਖਣ ਲੱਗੇ। ਪਾਤਸ਼ਾਹ ਜੀਆਂ ਨੇ ਕੋਲ ਚੰਬੇਲੀ ਦਾ ਪਾਤਸ਼ਾਹ ਜੀਆਂ ਨੇ ਫੁੱਲ ਤੋੜਿਆ। ਤੈਂ ਪਰ ਕਰਤੇ ਛੋੜਨ ਕੀਨਾ ਮਹਾਰਾਜ ਜੀਆਂ ਨੇ ਵੀ ਨਾ ਬੜੇ ਪਿਆਰ ਦੇ ਨਾਲ ਸਤਿਗੁਰੂ ਮਹਾਰਾਜ ਜੀਆਂ ਨੇ ਭਰੇ ਹੋਏ ਉਸ ਦੁੱਧ ਦੇ ਕਟੋਰੇ ਉੱਪਰ ਮਹਾਰਾਜ ਜੀਆਂ ਨੇ ਚੰਬੇਲੀ ਦਾ ਫੁੱਲ ਤਰਾ ਦਿੱਤਾ। ਮਹਾਰਾਜ ਜੀਆਂ ਨੇ ਉਹਨਾਂ ਕਿਹਾ ਵੀ ਇਹਦੇ ਵਿੱਚ ਕੁਝ ਹੋਰ ਸਮਾ ਨਹੀਂ ਸਕਦਾ। ਮਹਾਰਾਜ ਜੀਆਂ ਨੇ ਚੰਬੇਲੀ ਦਾ ਫੁੱਲ ਉਸ ਦੁੱਧ ਦੇ ਉੱਪਰ, ਭਰੇ ਹੋਏ ਦੁੱਧ ਕਟੋਰੇ ਉੱਪਰ ਮਹਾਰਾਜ ਜੀਆਂ ਨੇ ਰੱਖ ਦਿੱਤਾ। ਕਹਿਣ ਤਾਂ ਆਏ ਨੇ ਵੀ ਇਹਦੇ ਵਿੱਚ ਕੁਝ ਹੋਰ ਸ਼ੈ ਵਸਤੂ ਨਹੀਂ ਪੈ ਸਕਦੀ, ਤੁਸੀਂ ਇੱਥੇ ਨਾ ਹੀ ਠਹਿਰੋ ਚੰਗਾ ਹੈ। ਮਹਾਰਾਜ ਜੀਆਂ ਨੇ ਵੀ ਫਿਰ ਇਸ਼ਾਰੇ ਮਾਤਰ ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਜੀ ਲਿਖਦੇ ਹਨ, ਮੇਲਿਓਂ ਬਾਬਾ ਉੱਠਿਆ ਮੁਲਤਾਨੀ ਦੀ ਜਾਰਤ ਜਾਈ, ਅੱਗੋਂ ਪੀਰ ਮੁਲਤਾਨ ਦੇ ਦੁੱਧ ਕਟੋਰਾ ਭਰ ਲੈ ਆਈ, ਬਾਬੇ ਕੱਢ ਕਰ ਬਗਲ ਤੇ ਚੰਬੇਲੀ ਦੁੱਧ ਵਿੱਚ ਮਲਾਈ। ਹੁਣ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਨੇ ਬਾਬੇ ਕੱਢ ਕਰ ਬਗਲ ਤੇ ਚੰਬੇਲੀ ਦੁੱਧ ਵਿੱਚ ਮਲਾਏ, ਜੋ ਸਾਗਰ ਵਿੱਚ ਗੰਗ ਸਮਾਈ। ਜਿਸ ਪ੍ਰਕਾਰ ਇੱਕ ਵੱਡੇ ਸਾਗਰ ਦੇ ਅੰਦਰ ਗੰਗੋਤਰੀ ਵਰਗੀ ਵੱਡੀ ਨਦੀ ਸਮਾ ਜਾਂਦੀ ਹੈ, ਇਸ ਪ੍ਰਕਾਰ ਦੇ ਨਾਲ ਜਿਹੜਾ ਸਾਧ ਸੰਗਤ ਜੀ ਉਹ ਫੁੱਲ ਉਸ ਕਟੋਰੇ ਵਿੱਚ ਸਮਾ ਗਿਆ। ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਬੈਠੇ ਹਨ। ਤਰਿਓ ਦੂਧ ਪਰ ਭਲੇ ਸਮਾਇਓ ਪਹਿਲਾਂ ਦੁੱਧ ਦੇ ਉੱਪਰ ਤੈਰਿਆ, ਫਿਰ ਸਮਾ ਵੀ ਗਿਆ। ਉਹ ਕਹਿੰਦੇ ਤੁਹਾਡੀ ਸਮਾਈ ਨਹੀਂ ਇੱਥੇ, ਉਹ ਫਿਰ ਜੋ ਫੁੱਲ ਸੀ ਉਹ ਸਮਾ ਪੀ ਗਿਆ। ਇਸ ਪ੍ਰਕਾਰ ਦ੍ਰਿਸ਼ਟਾਂਤ ਦਿਖਾਇਓ ਮਹਾਰਾਜ ਜੀਆਂ ਨੇ ਇਸ ਪ੍ਰਕਾਰ ਸਾਧ ਸੰਗਤ ਜੀਓ ਗੁਰਦੇਵ ਜੀਆਂ ਨੇ ਉੱਥੇ ਦ੍ਰਿਸ਼ਟਾਂਤ ਵਿਖਾਇਆ। ਫੂਲ ਸਮਾਇਓ ਭਰੇ ਕਟੋਰੇ ਭਰੇ ਹੋਏ ਕਟੋਰੇ ਵਿੱਚ ਫੁੱਲ ਸਮਾ ਗਿਆ। ਭਰੇ ਹੋਏ ਕਟੋਰੇ ਵਿੱਚ ਉਸ ਥਾਂ ਮਹਾਰਾਜ ਜੀਆਂ ਨੇ ਫੁੱਲ ਚੰਬੇਲੀ ਦਾ ਰੱਖ ਕੇ ਦ੍ਰਿਸ਼ਟਾਂਤ ਸਮਝਾਇਆ ਕਿ ਮਹਾਰਾਜ ਕਹਿਣ ਲੱਗੇ ਭਾਈ ਜੇ ਆਏ ਵੀ ਆ ਇੰਨੀ ਕੁ ਥਾਂ ਲੈਣੀ ਹੈ, ਤੁਹਾਡਾ ਅੰਦਰ ਕਿਉਂ ਛੋਟਾ ਹੋਇਆ ਬੈਠਾ ਹੈ, ਕਿਉਂ ਤੁਸੀਂ ਈਰਖਾਲੂ ਬਿਰਤੀ ਧਾਰਨ ਕਰੀ ਬੈਠੇ ਹੋ, ਕਿਉਂ ਤੁਸੀਂ ਈਰਖਾ ਵਸ ਹੋਏ ਹੋ। ਤਿਉ ਹਮ ਕੋ ਜਾਨੋ ਇਸ ਠੌਰੇ ਸਾਨੂੰ ਵੀ ਤੁਸੀਂ ਇਸ ਥਾਂ ਤੇ ਚੰਬੇਲੀ ਦੇ ਫੁੱਲ ਵਾਤੀ ਜਾਣੋ। ਸਾਡੇ ਇੱਥੇ ਆਉਣ ਦੇ ਨਾਲ ਤੁਹਾਨੂੰ ਕਿਸੇ ਪ੍ਰਕਾਰ ਦਾ ਵੀ ਕੋਈ ਨੁਕਸਾਨ ਨਹੀਂ ਹੋਵੇਗਾ। ਇਹ ਸਭ ਰੀਤ ਲਖੀ ਜਬ ਪੀਰਾ ਹੁਣ ਜਿਹੜੇ ਆਏ ਸਨ ਪਤਾ ਵੀ ਹੈ ਮਨ ਦੇ ਅੰਦਰ ਵਿਚਾਰ ਵਿੱਚ ਹਰਾ ਵੀ ਨਹੀਂ ਸਕਦੇ, ਪਰ ਕੀ ਕਰਦੇ ਰਿਹਾ ਨਹੀਂ ਗਿਆ। ਜਦੋਂ ਉਹਨਾਂ ਨੇ ਆਪਣੇ ਅੱਖੀਂ ਮਹਾਰਾਜ ਜੀਆਂ ਦੇ ਕੌਤਕ ਹੋਰ ਤੱਕ ਲਏ, ਜਾਣਿਓ ਮਨ ਮੈਂ ਗੁਨੀ ਗਹੀਰਾ ਉਹਨਾਂ ਫਿਰ ਸਾਰਿਆਂ ਨੇ ਹੱਥ ਜੋੜ ਲੈ ਕੇ ਮਨ ਅੰਦਰ ਇਹੋ ਵਿਚਾਰ ਫਿਰ ਕੀਤੀ ਵੀ ਇਹ ਗੈਰ ਗੰਭੀਰ ਹਨ। ਧੰਨ ਗੁਰੂ ਨਾਨਕ ਦੇਵ ਮਹਾਰਾਜ ਗਹਿਰ ਗੰਭੀਰ ਹਨ। ਪ੍ਰਾਕ ਸ਼ਮਸ ਨੇ ਗਿਰਾ ਉਚਾਰੀ ਇੱਕ ਨੇ ਕੋਲੋਂ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਦੇ ਕੋਲੋਂ ਸ਼ਮਸ ਨੇ ਪਹਿਲਾਂ ਬੇਨਤੀ ਕੀਤੀ, ਜਗਿਆਸੀ ਇੱਛਾ ਉਰ ਤਾਰੀ ਉਹਦੇ ਹਿਰਦੇ ਅੰਦਰ ਜਗਿਆਸੂਵਤ ਹੋ ਕਰਕੇ ਸ਼ਮਸ ਤਬਰੇਜ਼ ਨੇ ਇੱਕ ਜਗਿਆਸੂ ਭਾਵਨਾ ਵਸ ਹੋ ਕਰਕੇ, ਜਿਵੇਂ ਕੋਈ ਜਗਿਆਸੂ ਹਿਰਦੇ ਦੇ ਅੰਦਰ ਕੋਈ ਪ੍ਰਸ਼ਨ ਪੈਦਾ ਹੋਵੇ ਤੇ ਆਪਣੇ ਪ੍ਰਸ਼ਨ ਦੀ ਨਿਵਰਤੀ ਦੇ ਵਾਸਤੇ ਪੁੱਛੇ। ਸਾਧ ਸੰਗਤ ਜੀਓ ਇਹ ਤਾਂ ਹੈ ਜਗਿਆਸੂ ਦਾ ਪੁੱਛਣਾ ਤੇ ਅੱਗੋਂ ਉੱਤਰ ਮਿਲ ਜਾਏ, ਤੇ ਜਿਹਦੇ ਨਾਲ ਅੰਦਰ ਦਾ ਜਿਹੜਾ
ਜਗਿਆਸਾ ਜਾਗੀ ਹੈ ਜਾਂ ਪ੍ਰਸ਼ਨ ਹੈ, ਅੰਦਰ ਦੀ ਕੁੰਡੀ ਖੁੱਲ ਜਾਏਗੀ। ਇੱਕ ਤਾਂ ਹੈ ਇਹ ਤਰੀਕਾ। ਦੂਸਰਾ ਪੁੱਛਣਾ ਇਹ ਹੁੰਦਾ ਹੈ ਵੀ ਪੁੱਛ ਲਿਆ ਵੀ ਫਲਾਣਾ ਸਿਓ ਕੀ ਤੈਨੂੰ ਇਸ ਗੱਲ ਦਾ ਪਤਾ ਹੈ? ਕਿਸੇ ਕਥਾਕਾਰ ਨੇ ਕਥਾ ਕੀਤੀ ਜਾਂ ਕੋਈ ਗੱਲਬਾਤ ਹੋਈ, ਗਿਆਨੀ ਜੀ ਆਹ ਗੱਲ ਕਿਵੇਂ ਹੈ? ਜ਼ਰੂਰੀ ਨਹੀਂ ਵੀ ਉੱਥੇ ਵੀ ਜਗਿਆਸਾ ਹੋਵੇ। ਉੱਥੇ ਕਈ ਵਾਰ ਇਹ ਹੁੰਦਾ ਹੈ ਗਿਆਨੀ ਜੀ ਜੇ ਤੁਹਾਨੂੰ ਪਤਾ ਨਹੀਂ ਮੈਂ ਦੱਸਾਂ। ਕਈ ਵਾਰ ਪ੍ਰਸ਼ਨ ਇਦਾਂ ਵੀ ਪੈਦਾ ਹੁੰਦੇ ਹਨ। ਇੱਕ ਨੇ ਤਾਂ ਚਲੋ ਜਗਿਆਸਾਵਤ ਪ੍ਰਸ਼ਨ ਪੁੱਛਿਆ ਹੈ, ਇੱਕ ਨੇ ਪ੍ਰਸ਼ਨ ਇਸ ਕਰਕੇ ਪੁੱਛਿਆ ਚਲੋ ਗਿਆਨੀ ਜੀ ਜੇ ਨਹੀਂ ਤੁਹਾਨੂੰ ਪਤਾ ਤੇ ਫਿਰ ਮੈਂ ਤੁਹਾਨੂੰ ਇਹ ਗੱਲ ਇਸ ਪ੍ਰਕਾਰ ਹੈ, ਆਪਣੀ ਗੱਲ ਥੋਪਣੀ। ਸ਼ਮਸ ਤਬਰੇਜ਼ ਨੇ ਇੱਥੇ ਭਾਵਨਾਵਤ ਹੋ ਕਰਕੇ ਮਹਾਰਾਜ ਜੀਆਂ ਤੋਂ ਪੁੱਛਣ ਲੱਗੇ। ਦੋਹਰਾ ਕਠਨ ਕਰੂਰ ਤਪ ਹੋਂ ਕਰਾ, ਸ਼ੁਸ਼ਕ ਸਰੀਰ ਬਿਸਾਲ। ਹੱਥ ਜੋੜ ਕੇ ਪਾਤਸ਼ਾਹ ਜੀ ਨੂੰ ਲੱਗਾ ਪੁੱਛਣ, ਮਹਾਰਾਜ ਬੜਾ ਲੰਮਾ ਸਮਾਂ ਹੋ ਗਿਆ ਹੈ, ਇਸ ਤਨ ਨੂੰ ਇਸ ਸਰੀਰ ਨੂੰ ਮੈਂ ਬੜਾ ਕਸ਼ਟ ਦਿੱਤਾ, ਇੰਨਾ ਕਸ਼ਟ ਮੈਂ ਦੇ ਲਿਆ। ਮੇਰੇ ਸਰੀਰ ਦਾ ਤੁਸੀਂ ਹਾਲ ਆਪ ਹੀ ਵੇਖ ਸਕਦੇ ਹੋ, ਸਰੀਰ ਪਿੰਜਰਵਤ ਹੋਇਆ ਬੈਠਾ ਹੈ। ਮੈਂ ਇਸ ਸਰੀਰ ਨੂੰ ਬੜਾ ਸਾਧਿਆ ਹੈ। ਸਤਿਗੁਰੂ ਮਹਾਰਾਜ ਜੀਆਂ ਨੇ ਨਾ ਸਾਧ ਸੰਗਤ ਪੰਜਵੇਂ ਪਾਤਸ਼ਾਹ ਜਾਂ ਧੰਨ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਨੇ ਅਨੇਕਾਂ ਥਾਵਾਂ ਤੇ ਮਹਾਰਾਜ ਜੀ ਬਾਣੀ ਵਿੱਚ ਜ਼ਿਕਰ ਕਰਦੇ ਹਨ, ਪਿਆਰੇ ਇਨ ਬਿਦ ਮਿਲਨ ਨਾ ਜਾਏ, ਮੈਂ ਕੀਏ ਕਰਮ ਅਨੇਕਾ, ਹਾਰ ਪਰਿਓ ਸੁਆਮੀ ਕਾ ਦੁਆਰਾ ਦੀਜੈ, ਬੁੱਧ ਵਿਵੇਕਾ ਮੌਣ ਪਇਓ ਕਰਪਾਤੀ ਰਹਿਓ, ਨਗਨ ਫਿਰਿਓ ਬਨ ਮਾਏ, ਤਟ ਤੀਰ ਸਭ ਧਰਤੀ ਪਰਮਿਓ, ਦੁਬਦਾ ਛੁਟਕੈ ਨਾਹੀ। ਮਹਾਰਾਜ ਜੀ ਨੇ ਕਿੰਨਾ ਉਹਦੇ ਵਿੱਚ ਸਾਰਾ ਜ਼ਿਕਰ ਕੀਤਾ। ਨਗਨ ਫਿਰਤ ਜਿਉ ਪਾਈਆ ਜੋਗ, ਬਨ ਕਾ ਮਿਰਗ ਮੁਕਤ ਸਭ ਹੋਗ, ਕਿਆ ਨਾਂਗੇ ਕਿਆ ਬਾਂਧੇ ਚਾਮ, ਜਬ ਨਹੀਂ ਚੀਨਸ ਆਤਮ ਰਾਮ, ਮੂੰਡ ਮਡਾਏ ਜੋ ਸਿਧ ਪਾਈ, ਮੁਕਤੀ ਭੇਟ ਨ ਗਈਆ ਕਾਈ, ਬਿੰਦ ਰਾਖ ਜੋ ਤਰੀਐ ਭਾਈ, ਖੁਸਰੈ ਕਿਉ ਨਾ ਪਰਮਗਤ ਪਾਈ। ਬਾਬਾ ਕਬੀਰ ਸਾਹਿਬ ਪਾਵਨ ਪਵਿੱਤਰ ਬਾਣੀ ਅੰਦਰ ਸ਼ਮਸ ਤਬਰੇਜ਼ ਨੇ ਹੱਥ ਜੋੜ ਕੇ ਪੁੱਛਿਆ, ਪਾਤਸ਼ਾਹ ਹਾਲ ਤਾਂ ਤੁਸੀਂ ਮੇਰੇ ਸਰੀਰ ਦਾ ਵੇਖ ਹੀ ਰਹੇ ਹੋ, ਬੜਾ ਮੈਂ ਕਠਨ ਤਪ ਸਾਧਿਆ ਹੈ, ਪਰ ਜਾਪਦਾ ਹੈ ਮੁਕਤੀ ਫਲ ਕੋਈ ਨਹੀਂ। ਨਾਸ਼ਨ ਮਨ ਕੀ ਬਾਸ਼ਨਾ, ਜਤਨ ਕੀਨ ਚਿਰ ਕਾਲ। ਅੱਛਾ, ਇਸ ਵਾਸਤੇ ਕਿ ਮਨ ਦੇ ਜਿਹੜੇ ਵਿਕਾਰ ਹਨ ਇਹ ਕਿਤੇ ਨਾਸ਼ ਹੋ ਜਾਣ, ਮਨ ਦੀਆਂ ਵਾਸ਼ਨਾਵਾਂ ਸਾੜ ਦਵਾਂ, ਰਾਖ ਕਰ ਦਵਾਂ, ਇਸ ਵਾਸਤੇ ਮਹਾਰਾਜ ਮੈਂ ਇਹ ਇੰਨਾ ਲੰਮਾ ਸਮਾਂ ਤਪ ਸਾਧਿਆ ਹੈ। ਮਨ ਦੇ ਅੰਦਰ ਦੇ ਵਿਕਾਰਾਂ ਨੂੰ, ਵਾਸ਼ਨਾਵਾਂ ਨੂੰ, ਫੁਰਨਿਆਂ ਨੂੰ ਮਹਾਰਾਜ ਸਾੜਨ ਵਾਸਤੇ। ਜੋ ਪਈ ਇੱਕ ਛਿਨ ਮਨ ਨੇ ਹੋਵਤ ਸਥਿਰ। ਪਾਤਸ਼ਾਹ ਇੱਕ ਛਿਣ ਸਮੇਂ ਵਾਸਤੇ ਵੀ ਮਨ ਡੋਲ ਕੇ, ਮਨ ਇੱਕ ਥਾਂ ਅਡੋਲ ਹੋ ਕੇ ਨਹੀਂ ਬੈਠਦਾ, ਚੰਚਲਤਾਈ ਨਹੀਂ ਇਸ ਅੰਦਰ ਦੀ ਖਤਮ ਹੁੰਦੀ। ਚੰਚਲ ਅਤਈ ਦੀਪ ਸਿਖਾ ਸਰ। ਜਿਵੇਂ ਦੀਪਕ ਦੀ ਦੀਵੇ ਦੀ ਲਾਟ ਜਿਵੇਂ ਹਿੱਲਦੀ ਰਹਿੰਦੀ ਹੈ ਨਾ, ਕਹਿੰਦੇ ਦੀਵੇ ਦੀ ਲਾਟ ਦੇ ਵਾਂਗੂ ਇਹ ਮਨ ਵੀ ਇਸੇ ਤਰ੍ਹਾਂ ਚੰਚਲ ਹੈ, ਜਿਵੇਂ ਟਿਕਾ ਉਸ ਲਾਟ ਨੂੰ ਨਹੀਂ। ਦੀਵੇ ਦੀ ਲੋ ਜਿਸ ਪ੍ਰਕਾਰ ਹਿੱਲਦੀ ਰਹਿੰਦੀ ਹੈ, ਇਸੇ ਤਰ੍ਹਾਂ ਜਿਹੜਾ ਮਨ ਹੈ ਇਹ ਵੀ ਅਡੋਲ ਹੋ ਕੇ ਨਹੀਂ ਬੈਠਦਾ ਮਹਾਰਾਜ, ਇਹ ਵੀ ਉਸੇ ਤਰ੍ਹਾਂ ਚੰਚਲ ਹੈ। ਮਨ ਕੋ ਨਾਸ਼ ਹੋਏ ਜਿਸ ਰੀਤੀ। ਪਾਤਸ਼ਾਹ ਜਿਹਦੇ ਨਾਲ ਇਹ ਮਨ ਦੀਆਂ ਵਾਸ਼ਨਾਵਾਂ ਨਾਸ਼ ਹੋ ਜਾਣ, ਅੰਦਰ ਦੇ ਜਿਹੜੇ ਇਹ ਵਿਕਾਰ ਹਨ ਇਹ ਖਤਮ ਹੋ ਜਾਣ, ਸੋ ਉਪਦੇਸ਼ ਦਿਓ ਯੁਤ ਪ੍ਰੀਤੀ। ਪਾਤਸ਼ਾਹ ਮੇਰੀ ਬੇਨਤੀ ਮੈਨੂੰ ਉਹ ਉਪਦੇਸ਼ ਆਪ ਦੇਣਾ ਕਰੋ। ਸੁਨ ਸ਼੍ਰੀ ਨਾਨਕ ਬਚਨੀ ਉਚਾਰੇ। ਮਹਾਰਾਜ ਧੰਨ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਉਹ ਉਪਦੇਸ਼ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਸ਼ਮਸ ਨੂੰ ਦੇਣ ਲੱਗੇ। ਮਰੇ ਨਾ ਐ ਬਰਮੀ ਕੇ ਮਾਰੇ। ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਨੇ ਉੱਥੇ ਫਿਰ ਵਰਮੀ ਮਾਰੀ, ਸਾਪ ਨਾ ਮੂਆ। ਮਹਾਰਾਜ ਕਹਿਣ ਲੱਗੇ ਭਾਈ ਖੁੱਡ ਨੂੰ ਕੁੱਟਣ ਦੇ ਨਾਲ ਸੱਪ ਨਹੀਂ ਮਰਨਾ, ਸੱਪ ਦਾ ਤਾਂ ਵਾਸਾ ਅੰਦਰ ਆ, ਉੱਪਰੋਂ ਖੁੱਡ ਕੁੱਟ ਦਿੱਤੀ ਤੇ ਕਹਿ ਦਿੱਤਾ ਵੀ ਸੱਪ ਮਰ ਗਿਆ। ਮਹਾਰਾਜ ਕਹਿੰਦੇ ਭਾਈ ਇਹ ਤਰੀਕਾ ਨਹੀਂ ਹੈ।
ਮਨ ਨੂੰ ਇਹਦੇ ਨਾਲ ਸਰੀਰ ਨੂੰ ਸਾਧਿਆ ਮਨ ਨਹੀਂ ਜੇ ਸਾਧਿਆ ਜਾਣਾ। ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਇੱਥੇ ਫਿਰ ਬਚਨ ਕਰਦੇ ਹਨ। ਮੰਤਰਨ ਸੋ ਬਸ ਹੋਵਤ ਸੋ। ਮਹਾਰਾਜ ਕਹਿਣ ਲੱਗੇ ਭਾਈ ਕੇਵਲ ਵਰਮੀ ਮਾਰੀ ਸਾਪ ਨਾ ਮੂਆ, ਇਹਦੇ ਨਾਲ ਅੰਦਰ ਵਿਕਾਰਾਂ ਤੋਂ ਵਸ ਵਿੱਚ ਇਸ ਪ੍ਰਕਾਰ ਨਾਲ ਨਹੀਂ ਹੋਇਆ ਜਾਣਾ। ਮਹਾਰਾਜ ਕਹਿਣ ਲੱਗੇ ਭਾਈ ਜਿਹੜਾ ਉਹ ਸਰਪ ਹੈ, ਸਰਪ ਨੇ ਤਾਂ ਮੰਤਰਾਂ ਦੇ ਨਾਲ ਵਸ ਹੋਣਾ ਹੈ। ਉਹ ਤਾਂ ਮੰਤਰਾਂ ਦੇ ਨਾਲ ਗਾਰੜੀ ਮੰਤਰ ਦੇ ਨਾਲ ਉਹ ਵਸ ਵਿੱਚ ਹੋ ਜਾਏਗਾ। ਉਹਨੂੰ ਜੇ ਤੁਸੀਂ ਵਸ ਵਿੱਚ ਕਰਨਾ ਹੈ ਔਰ ਉਪਾਉ ਨ ਤਾਂ ਕੋ ਹੋਰ ਭਾਈ ਕੋਈ ਵੀ ਉਪਾਅ ਨਹੀਂ ਹੈ। ਤਪ ਸਾਧੋ ਮਨ ਬਸ ਨੇ ਆਵੇ। ਤਪ ਸਾਧਨ ਦੇ ਨਾਲ ਮਹਾਰਾਜ ਕਹਿਣ ਲੱਗੇ ਭਾਈ ਕੱਲਾ ਇਹਦੇ ਨਾਲ ਹੀ ਮਨ ਵਸ ਵਿੱਚ ਨਹੀਂ ਆਉਣਾ। ਮਨ ਵਸ ਆਵੇ ਨਾਨਕਾ ਜੇ ਪੂਰਨ ਕਿਰਪਾ ਹੋਏ। ਭਾਈ ਇਹ ਇਸ ਤਰੀਕੇ ਨਾਲ ਮਨ ਵਸ ਵਿੱਚ ਨਹੀਂ ਆਉਂਦਾ। ਮਨ ਚੰਚਲ ਦਸੋਂ ਦਿਸ਼ ਧਾਵੇ। ਭਾਈ ਇਹ ਜਿਹੜਾ ਚੰਚਲ ਮਨ ਹੈ ਇਹ ਤਾਂ ਦਸਾਂ ਦਿਸ਼ਾਵਾਂ ਵੱਲ ਦੌੜਦਾ ਹੈ, ਦਸਾਂ ਦਿਸ਼ਾਵਾਂ ਵਿੱਚ ਇਹ ਤਾਂ ਨੱਠਦਾ ਹੈ। ਤਿਉ ਤਿਉ ਚਾਤ ਮਾਨ ਵਡਾਈ। ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ। ਇਹ ਮਹਾਰਾਜ ਜੀਆਂ ਨੇ ਤਾਂ ਮੋਹਰ ਲਾ ਦਿੱਤੀ। ਕਹਿੰਦੇ ਜਿਵੇਂ ਜਿਵੇਂ ਇਹ ਤਪ ਸਾਧਦਾ ਹੈ ਨਾ, ਇਉਂ ਕਹਿ ਲਈਏ ਜਿਵੇਂ ਜਿਵੇਂ ਸੇਵਾ ਕਰਦਾ ਹੈ, ਜਿਵੇਂ ਜਿਵੇਂ ਇਹ ਪਾਠ ਪੂਜਾ ਕਰਦਾ ਹੈ, ਜਿਵੇਂ ਜਿਵੇਂ ਇਹ ਸਮਾਜ ਸੇਵਾ ਦੇ ਕਾਰਜ ਕਰਦਾ ਹੈ, ਮਹਾਰਾਜ ਕਹਿੰਦੇ ਭਾਈ ਇਹ ਤਾਂ ਉਸੇ ਤਰ੍ਹਾਂ ਹੀ ਵਡਿਆਈ ਵੀ ਪ੍ਰਭਤਾ ਵੀ ਚਾਹੁੰਦਾ ਹੈ। ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ। ਇਹ ਭਾਈ ਵਡਿਆਈ ਵੀ ਚਾਹੁੰਦਾ ਹੈ। ਮੈਂ ਸੇਵਾ ਕੀਤੀ ਵਡਿਆਈ ਮਿਲੇ, ਮੈਂ ਇਹ ਕੰਮ ਕੀਤਾ ਹੈ ਮੇਰੀ ਵਡਿਆਈ ਕੋਈ ਪਤਾ ਤਾਂ ਲੱਗੇ ਨਾ ਕਿਸੇ ਪ੍ਰਕਾਰ ਲੋਕਾਈ ਨੂੰ। ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਨੇ ਤਾਂ ਪਾਵਨ ਆਸਾ ਦੀ ਵਾਰ ਦੇ ਸ਼ਲੋਕਾਂ ਵਿੱਚ ਆਪਾਂ ਸਰਵਣ ਕਰਨੇ ਹੀ ਹਾਂ। ਦੇ ਦੇ ਮੰਗੈ ਸਹਿਸਾ ਗੁਣਾ ਸੋਭ ਕਰੈ ਸੰਸਾਰ। ਕਹਿੰਦੇ ਵੀ ਸੰਸਾਰ ਨੇ ਸ਼ੋਭਾ ਤਾਂ ਕੀਤੀ ਨਹੀਂ, ਗੱਲ ਤਾਂ ਬਣੀ ਕੋਈ ਨਹੀਂ। ਦੇ ਦੇ ਮੰਗੈ ਸਹਿਸਾ ਗੁਣਾ ਸ਼ੋਭ ਕਰੈ ਸੰਸਾਰ। ਨਾਲ ਭਾਈ ਸੰਸਾਰ ਵੀ ਸ਼ੋਭਾ ਨਾ ਕਰੇ। ਸਤਿਗੁਰੂ ਮਹਾਰਾਜ ਜੀ ਲੱਗੇ ਕਹਿਣ ਭਾਈ ਇਹ ਤਾਂ ਤਿਉ ਤਿਉ ਚਾਹਤ ਮਾਨ ਵਡਾਈ। ਭਾਈ ਇਹ ਤਾਂ ਨਾਲ ਨਾਲ ਵਡਿਆਈ ਦੀ ਵੀ ਲੋਚਾ ਰੱਖਦਾ ਹੈ, ਇੱਛਾ ਰੱਖਦਾ ਹੈ। ਜਿਉਂ ਜਿਉਂ ਤਪ ਕਰ ਹੋਏ ਹਿਤ ਲਾਈ। ਜਿਵੇਂ ਜਿਵੇਂ ਇਹ ਤਪ ਸਾਧਨਾ ਕਰਦਾ ਹੈ। ਦੋਹਰਾ ਸਤਿਗੁਰ ਸ਼ਬਦ ਵਿਚਾਰਨੋ ਮੰਤਰ ਪਛਾਨੋ ਸੋਏ। ਮਹਾਰਾਜ ਜੀਆਂ ਨੇ ਫਿਰ ਇੱਥੇ ਬਚਨ ਕੀਤੇ ਭਾਈ ਸਤਿਗੁਰੂ ਜੀ ਦੇ ਸ਼ਬਦ ਨੂੰ ਵਿਚਾਰਨਾ ਇਹ ਹੈ ਮੰਤਰ। ਚਲੋ ਉਹ ਤਾਂ ਮੰਤਰ ਗਾਰੜੀ ਮੰਤਰ ਸਰਪ ਨੂੰ ਵਸ ਵਿੱਚ ਕਰਨ ਵਾਸਤੇ, ਮਹਾਰਾਜ ਮਨ ਨੂੰ ਕਿਵੇਂ ਵਸ ਵਿੱਚ ਕਰੇ। ਸਤਿਗੁਰੂ ਮਹਾਰਾਜ ਜੀਆਂ ਨੇ ਬਚਨ ਕੀਤੇ ਬਾਣੀ ਵਿੱਚ ਵੀ ਆਪਾਂ ਪੜ੍ਹਨੇ ਹਾਂ। ਮਨ ਕੁੰਚਰ ਪੀਲਕ ਗੁਰੂ ਗਿਆਨ ਕੁੰਡਾ ਜੈ ਖਿੰਚੈ ਤੈ ਜਾਏ ਨਾਨਕ ਹਸਤੀ ਕੁੰਡੇ ਬਾਰਾ ਫਿਰ ਉੱਜੜ ਪਾਏ। ਹਾਥੀ ਦੇ ਸਿਰ ਤੇ ਮੁਹਾਵਤ ਬੈਠਾ ਹੈ, ਕੁੰਡਾ ਹੈ ਉਹਦੇ ਉੱਪਰ, ਤੁਰਿਆ ਜਾਏਗਾ ਸਿੱਧਾ। ਤੇ ਮਨ ਦੇ ਉੱਪਰ ਮਹਾਰਾਜ ਕਹਿੰਦੇ ਭਾਈ ਮਨ ਕੁੰਚਰ ਪੀਲਕ ਗੁਰੂ ਗਿਆਨ ਕੁੰਡਾ। ਗਿਆਨ ਦਾ ਕੁੰਡਾ ਮਨ ਤੇ ਵੀ ਰੱਖੀਏ ਭਾਈ। ਜਦੋਂ ਤੱਕ ਮਹਾਰਾਜ ਜੀਆਂ ਦੇ ਗਿਆਨ ਦਾ ਕੁੰਡਾ ਹੋਵੇ ਮਨ ਵੀ ਸਿੱਧਾ ਤੁਰਿਆ ਰਹੇਗਾ, ਨਹੀਂ ਤਾਂ ਭਾਈ ਇਹ ਵੀ ਫਿਰ ਉੱਜੜ ਪਾਸੇ ਤੁਰ ਪਵੇਗਾ, ਇਹ ਵੀ ਭਾਈ ਹੋਰ ਪਾਸੇ ਤੁਰੇਗਾ। ਤੈਸੋ ਇਹ ਬਸ ਹੋਤ ਹੈ ਔਰੇ ਉਪਾਵ ਨ ਕੋਏ। ਭਾਈ ਇਹਨੂੰ ਵਸ ਵਿੱਚ ਕਰਨ ਦਾ ਮਹਾਰਾਜ ਕਹਿੰਦੇ ਇਹੋ ਹੀ ਉਪਾਵ ਹੈ, ਹੋਰ ਕੋਈ ਵੀ ਉਪਾਵ ਨਹੀਂ ਹੈ। ਇਹ ਤਾਂ ਏਦਾਂ ਤਾਂ ਹੈ ਨਹੀਂ ਵੀ ਲੀਵਰ ਖਰਾਬ ਹੈ ਸਾਫ਼ ਕਰਕੇ ਫਿਰ ਪਾ ਦਿੱਤਾ, ਹਾਰਟ ਦੀ ਬਲੋਕੇਜ ਹੈ ਭਾਈ ਡਾਕਟਰਾਂ ਨੇ ਸਾਫ਼ ਕਰ ਦਿੱਤੀ, ਮਨ ਸਾਫ਼ ਨਹੀਂ ਹੋਇਆ ਭਾਈ ਬਾਹਰੋਂ ਸਾਫ਼ ਕਰਾ ਕੇ ਫਿਰ ਫਿੱਟ ਕਰ ਦਿੱਤਾ। ਏਦਾਂ ਦਾ ਮਨ ਤਾਂ ਹੈ ਨਹੀਂ ਭਾਈ ਜਿਹਦੇ ਨਾਲ ਇਹ ਪੀ ਦੀ ਵੀ ਸ਼ੁੱਧੀ ਹੋ ਜਾਏ। ਕੋਈ ਹੋਰ ਢੰਗ ਤਰੀਕਾ ਹੈ ਨੇ ਵੀ ਮਨ ਵੇਖ ਲਈਏ,
ਵੀ ਕਿਸ ਪ੍ਰਕਾਰ ਹੈ, ਇਹ ਤਾਂ ਹੈ ਹੀ ਨਹੀਂ ਨਾ ਅੰਦਰ। ਸਤਿਗੁਰੂ ਮਹਾਰਾਜ ਜੀ ਲੱਗੇ ਕਹਿਣ ਭਾਈ ਇਹੋ ਹੀ ਇੱਕ ਤਰੀਕਾ ਹੈ ਜਿਹਦੇ ਨਾਲ ਇਹ ਵਸ ਵਿੱਚ, ਜਿਹਦੇ ਨਾਲ ਇਹ ਸਹੀ ਢੰਗ ਤਰੀਕੇ ਨਾਲ ਚੱਲੇਗਾ। ਚੌਪਈ ਬੂਝੇ ਸ਼ਮਸ ਸ਼ਬਦ ਕੂ ਕੌਣ। ਮਹਾਰਾਜ ਫਿਰ ਉਹ ਸ਼ਬਦ ਕਿਹੜਾ ਹੈ? ਹੁਣ ਮਹਾਰਾਜ ਜੀਆਂ ਤੋਂ ਜਦੋਂ ਪੁੱਛਿਆ, ਮਹਾਰਾਜ ਕਹਿੰਦੇ ਭਾਈ ਸ਼ਬਦ। ਫਿਰ ਜਗਿਆਸੂ ਰੂਪਵਤ ਇਹ ਹੈ, ਜਗਿਆਸੂ ਰੂਪ ਹੋ ਕੇ ਪ੍ਰਸ਼ਨ ਪੁੱਛਨੇ। ਮਹਾਰਾਜ ਫਿਰ ਸ਼ਬਦ ਕਿਹੜਾ ਹੈ? ਭਾਈ ਮਹਾਰਾਜ ਜੀਆਂ ਨੂੰ ਪੁੱਛ ਰਹੇ ਹਨ। ਸੁਨ ਬੋਲੇ ਗੁਰ ਕਰੁਣਾ ਪਾਉਨ। ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਰਹਿਮਤਾਂ ਦੇ ਸਾਈਂ ਮਹਾਰਾਜ ਜੀ ਲੱਗੇ ਕਹਿਣ, ਜਗ ਝੂਠੋ ਐਸੋ ਦਿੜ ਜਾਨਾ। ਮਹਾਰਾਜ ਕਹਿੰਦੇ ਭਾਈ ਜਗਤ ਮਿਥਿਆ, ਜਗਤ ਨਾਸ਼ਵਾਨ ਹੈ, ਜਗਤ ਝੂਠਾ ਹੈ। ਇਹਨੂੰ ਇਸ ਪ੍ਰਕਾਰ ਆਪਣੇ ਹਿਰਦੇ ਦੇ ਅੰਦਰ ਦ੍ਰਿੜ ਜਾਣ। ਜੇ ਮਨ ਨੂੰ ਵਸ ਵਿੱਚ ਲਿਆਉਣਾ ਹੈ ਨਾ ਭਾਈ, ਜਗਤ ਮਿਥਿਆ ਹੈ, ਇਹ ਨਾਸ਼ਵਾਨ ਹੈ, ਇਹ ਸਦੀਵੀ ਨਹੀਂ ਹੈ, ਐਸਾ ਆਪਣੇ ਹਿਰਦੇ ਦੇ ਅੰਦਰ ਪੱਕਾ ਕਰਕੇ ਜਾਣ। ਜਦੋਂ ਹੈ ਹੀ ਨਾਸ਼ਵਾਨ, ਜਗ ਐਸਾ ਸੁਪਨੇ ਜੈਸਾ। ਮਹਾਰਾਜ ਜੀ ਨੇ ਤਾਂ ਸੁਪਨ ਸਮਾਨੰ ਬਾਣੀ ਵਿੱਚ ਅਨੇਕਾਂ ਥਾਵਾਂ ਤੇ ਬਚਨ ਕੀਤੇ ਹਨ। ਨਾਨਕ ਇਹ ਜਗ ਧੂਏ ਕਾ ਧਵਲ ਹਰ, ਜਿਵੇਂ ਧੂਏ ਦਾ ਪਹਾੜ ਹੋਵੇ, ਦੂਰੋਂ ਵੇਖੀਏ ਪਹਾੜ, ਪਰ ਥੋੜੀ ਹਵਾ ਚੱਲੇ ਧੂਏ ਦਾ ਪਹਾੜ ਕਿਹੜਾ ਹੁੰਦਾ ਹੈ, ਪਾਸੇ ਹੋ ਗਈ, ਹਵਾ ਚੱਲੀ ਪਾਸੇ ਹੋ ਗਈ। ਮਹਾਰਾਜ ਜੀ ਕਹਿੰਦੇ ਭਾਈ ਇਹ ਸੰਸਾਰ ਇਸ ਪ੍ਰਕਾਰ ਹੈ, ਮਾਈ ਮਾਇਆ ਛਲ ਤ੍ਰਿਣ ਕੀ ਅਗਨ ਮੇਘ ਕੀ ਛਾਇਆ, ਗੋਬਿੰਦ ਭਜਨ ਬਿਨ ਹੜ ਕਾ ਜਲ। ਇਸ ਪ੍ਰਕਾਰ ਹੈ ਭਾਈ ਇਹ ਜਗਤ। ਮ੍ਰਿਗ ਤ੍ਰਿਸ਼ਨਾ ਕੇ ਨੀਰ ਸਮਾਨਾ। ਭਾਈ ਇਹ ਤਾਂ ਨੀਰ ਇਸ ਪ੍ਰਕਾਰ ਜਿਵੇਂ ਮ੍ਰਿਗ ਤ੍ਰਿਸ਼ਨਾ ਹੈ। ਮ੍ਰਿਗ ਨੱਠਾ ਵੀ ਉਹ ਪਾਣੀ ਹੋਵੇਗਾ, ਨੱਠਾ ਉਸ ਥਾਂ ਤੋਂ, ਪਾਣੀ ਨਹੀਂ ਸੀ ਉਹ ਤਾਂ ਪਰਛਾਵਾਂ ਸੀ। ਫਿਰ ਉਸ ਥਾਂ ਤੋਂ ਚਮਕ ਪਈ, ਫਿਰ ਨੱਠਾ ਪਾਣੀ, ਇਸੇ ਤਰ੍ਹਾਂ ਲੱਭਦਾ ਲੱਭਦਾ ਮਰ ਗਿਆ, ਪਾਣੀ ਨਾ ਮਿਲਿਆ। ਮ੍ਰਿਗ ਤ੍ਰਿਸ਼ਨਾਵਤ ਇਸ ਪ੍ਰਕਾਰ ਸੰਸਾਰ ਨੂੰ ਜਾਣੋ। ਤੈਂ ਸੋ ਕਛ ਸੰਕਲਪ ਨ ਕਰੀਏ। ਮਹਾਰਾਜ ਕਹਿੰਦੇ ਫਿਰ ਭਾਈ ਇਹਦੇ ਨਾਲ ਪੱਕਾ ਸੰਕਲਪ ਕਾਹਦਾ ਕਰੀਏ? ਝੂਠ ਜਾਨ ਮਨ ਤੇ ਪਰ ਹਰੀਏ। ਝੂਠਾ ਜਾਣ ਕੇ ਮਨ ਤੋਂ ਪਰ ਹਰੀਏ ਕਹੀਏ, ਦੂਰ ਕਰ ਦਈਏ। ਸੱਸੇ ਸਿੰਗ ਤਨ ਲੈ ਕਰ ਮਾਈ। ਜਿਸ ਪ੍ਰਕਾਰ ਕੋਈ ਖਰਗੋਸ਼ ਦੇ ਸਿੰਗਾਂ ਨੂੰ ਲੈ ਕਰਕੇ ਧਨਖ ਬਣਾਏ, ਰਿਪ ਜੀਤਨ ਇਛ ਕੋ ਨ ਕਰਾਈ। ਤੇ ਉਹਦੇ ਨਾਲ ਫਿਰ ਉਹਦੇ ਖਰਗੋਸ਼ ਦੇ ਸਿੰਗਾਂ ਦਾ ਬਣਾ ਕਰਕੇ ਧਨਖ, ਤੇ ਉਹਦੇ ਨਾਲ ਵੈਰੀਆਂ ਨੂੰ ਕੋਈ ਜਿੱਤਣ ਵਾਸਤੇ ਚੜੇ। ਹੁਣ ਕਵੀ ਸੰਤੋਖ ਸਿੰਘ ਜੀ, ਕਵੀ ਰਾਜਨ ਦ੍ਰਿਸ਼ਟਾਂਤ ਦੇ ਰਹੇ ਹਨ ਸਮਝਾਉਣ ਵਾਸਤੇ। ਭਾਈ ਜਿਹੜੀ ਸ਼ੈ ਹੈ ਹੀ ਨਹੀਂ ਭਾਈ, ਉਹਦੇ ਨਾਲ ਕਿਸ ਪ੍ਰਕਾਰ ਕੋਈ ਵੈਰੀਆਂ ਨੂੰ ਜਿੱਤ ਸਕਦਾ ਹੈ? ਹਰੀ ਲਤਾ ਬੀਚ ਆਕਾਸ਼ਾ। ਜਿਸ ਪ੍ਰਕਾਰ ਹਰੀ ਵੇਲ ਭਰੇ ਆਕਾਸ਼ ਦੇ ਅੰਦਰ, ਤਿਸ ਕੇ ਪੁਸ਼ਪ ਕੌਣ ਕਰੇ ਆਸ਼ਾ। ਉਹਦੇ ਫੁੱਲਾਂ ਦੀ ਆਸ ਕੌਣ ਕਰੇ? ਹਰ ਚੰਦੋਰੀ ਕੇਰ ਬਜ਼ਾਰਾ। ਔਰ ਹਰ ਚੰਦੋਰੀ ਜੋ ਨਗਰੀ, ਉਹਦੇ ਭਰੇ ਬਾਜ਼ਾਰ। ਹੋਰੇ ਨ ਕਹਿ ਕਰਨੋ ਵਿਵਹਾਰਾ। ਉੱਥੇ ਕੋਈ ਸੋਚੇ ਵੀ ਮੈਂ ਵਿਵਹਾਰ ਕਰਾਂ, ਮੈਂ ਵਪਾਰ ਕਰਾਂ ਉਸ ਹਰ ਚੰਦੌਰੀ ਨਗਰੀ ਅੰਦਰ, ਭਾਈ ਉਹ ਤਾਂ ਹੈ ਹੀ ਨਹੀਂ, ਖਰਗੋਸ਼ ਦੇ ਸਿੰਘ ਹੈ ਹੀ ਨਹੀਂ। ਤੇ ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ ਭਾਈ ਸੰਸਾਰ ਨੂੰ ਵੀ ਇਸੇ ਤਰ੍ਹਾਂ ਤੁਸੀਂ ਜਾਣੋ। ਤਿਉ ਅਸਤ ਲਖ ਜਗ ਪਰਪੰਚਾ। ਇਸੇ ਤਰ੍ਹਾਂ ਹੀ ਜਗਤ ਨੂੰ ਅਸਤ ਜਾਣਦਿਆਂ ਹੋਇਆਂ ਕਿਉਂ ਸੰਕਲਪੇ ਉਠਾਵੇ ਰੰਚਾ। ਭਾਈ ਫਿਰ ਥੋੜਾ ਜਿਹਾ ਵੀ ਆਪਣੇ ਹਿਰਦੇ ਅੰਦਰ ਇਸ ਪ੍ਰਕਾਰ ਦੇ ਸੰਕਲਪ ਕਿਉਂ ਉਠਾਉਣੇ ਹਨ? ਇਹ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਅੰਦਰ ਨੂੰ ਵਸ ਵਿੱਚ ਕਰਨ ਦੀ ਜੁਗਤ ਮਹਾਰਾਜ ਸਮਝਾ ਰਹੇ ਹਨ। ਸਤਿਗੁਰ ਬਚਨ ਹਿਰਦੇ ਦ੍ਰਿੜ ਧਾਰਾ। ਜਿਨ੍ਹਾਂ ਨੇ ਮਾਲਕ ਜੀਆਂ ਦੇ ਬਚਨਾਂ ਨੂੰ ਹਿਰਦੇ ਅੰਦਰ ਦ੍ਰਿੜ ਕੀਤਾ ਹੈ। ਸ਼ੁੱਧ ਆਤਮੈ ਜਗਤ ਬਿਸਾਰਾ। ਔਰ ਸ਼ੁੱਧੀ ਦੇ ਨਾਲ ਭਾਵ ਆਪਣੇ ਹਿਰਦੇ ਨੂੰ ਸ਼ੁੱਧ ਕੀਤਾ ਹੈ। ਮਨ ਰਿਪ ਜੀਤਨ ਕੀ ਏ ਰੀਤਾ। ਮਨ ਰੂਪੀ ਵੈਰ
ਵੈਰੀ ਨੂੰ ਜਿਨ੍ਹਾਂ ਨੇ ਜਿੱਤ ਲਿਆ। ਜਿਨ ਮਿਲ ਮਾਰੇ ਪੰਚ ਸੂਰ ਬੀਰ, ਐਸੋ ਕੌਣ ਬਲੀਰੇ। ਜਿਨ ਪੰਚ ਮਾਰ ਬਿਦਾਰ ਗੁਦਾਰੇ, ਸੋ ਪੂਰਾ ਏ ਕਲੀਰੇ। ਮਨ ਰਿਪ ਜੀਤਨ, ਮਨ ਰੂਪੀ ਵੈਰੀ ਨੂੰ ਜਿੱਤਣ ਦੀ ਇਹੋ ਰੀਤ ਹੈ। ਪਾਵੇ ਸੁਖ ਜੋ ਕਰੇ ਧਰ ਚੀਤਾ, ਉਹ ਵੱਡਾ ਸੁਖ ਪ੍ਰਾਪਤ ਕਰਦਾ ਹੈ। ਪੀਰ ਬਹਾਵਲ ਹਕ ਇਕ ਐਹੀ। ਜਦੋਂ ਸਾਰੀ ਇਹ ਵਿਚਾਰ ਚੱਲੀ ਸਾਧ ਸੰਗਤ ਜੀ, ਕੋਲ ਖਲੋਤਾ ਸੀ ਪੀਰ ਬਹਾਵਲ ਹੱਕ। ਇਹ ਪ੍ਰਸ਼ਨ ਪੁੱਛਿਆ ਸ਼ਮਸ ਤਬਰੇਜ਼ ਜੀ ਨੇ। ਕੋਲ ਖਲੋਤੇ ਪੀਰ ਬਹਾਵਲ ਹੱਕ ਨੇ ਆਣ ਕੇ ਮਹਾਰਾਜ ਜੀਆਂ ਨੂੰ ਬੇਨਤੀ ਕੀਤੀ। ਸੁਨ ਕੈ ਬਚਨ ਬਹੁਰ ਸੋ ਕਹਿਈ। ਉਹਨਾਂ ਨੇ ਸਾਰੀ ਵਿਚਾਰ ਸੁਣੀ। ਵਿਚਾਰ ਸੁਣ ਕੇ ਜਦੋਂ ਮਹਾਰਾਜ ਜੀਆਂ ਨੇ ਇਸ ਪ੍ਰਕਾਰ ਬਚਨ ਕੀਤੇ, ਵਿਚਾਰ ਸਾਰੀ ਸੁਣ ਕੇ ਅੰਦਰ ਉਹਦੇ ਹਿਰਦੇ ਅੰਦਰ ਪ੍ਰਸ਼ਨ ਪੈਦਾ ਹੋਇਆ ਪੀਰ ਬਹਾਵਲ ਹੱਕ ਦੇ। ਕਿਹੜਾ ਪ੍ਰਸ਼ਨ ਉਹਨੇ ਮਹਾਰਾਜ ਜੀਆਂ ਨੂੰ ਪੁੱਛਿਆ? ਸੰਸਾਰ ਅੰਦਰ ਕਿਸ ਪ੍ਰਕਾਰ ਜਿਉਣਾ ਹੈ, ਮਾਇਆ ਨਾਲ ਕਿਸ ਤਰ੍ਹਾਂ ਗੁਜ਼ਰਾਨ ਕਰਨਾ ਹੈ। ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਨੂੰ ਉਹ ਪ੍ਰਸ਼ਨ ਸਾਧ ਸੰਗਤ ਜੀ ਕਿਸ ਪ੍ਰਕਾਰ ਮਹਾਰਾਜ ਜੀ ਫਿਰ ਉਹਦਾ ਉੱਤਰ ਦਿੰਦੇ ਹਨ। ਅਗਲੇਰੇ ਪ੍ਰਸੰਗਾਂ ਵਿੱਚ ਸਾਧ ਸੰਗਤ ਜੀਓ ਸਰਵਣ ਕਰਾਂਗੇ। ਸਮਾਂ ਇੱਥੇ ਸੰਪੰਨ ਹੈ। ਵਿਚਾਰਾਂ ਕਰਦਿਆਂ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ। ਵਾਹਿਗੁਰੂ 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 ਵਾਹਿਗੁਰੂ। ਹੇ ਅਚੁੱਤ ਹੇ ਪਾਰ ਬ੍ਰਹਮਾ, ਅਗਨਾਸੀ ਅਗਨਾ। ਹੇ ਪੂਰਨ ਹੇ ਸਰਬ ਮਾ, ਪੰਜਨ ਗੁਣਤਾਸ। ਹੇ ਸੰਗੀ ਹੇ ਨਿਰੰਕਾਰ, ਨਿਰਗੁਣ ਸਵਟੇ। ਹੇ ਗੋਬਿੰਦ ਹੇ ਗੁਣ ਨਿਦਾਨ, ਕੇ ਸਦਾ ਬਬੇ। ਹੇ ਅਪਰੰਪਰ ਹਰ ਹਰੇ, ਪੀਓ ਅਣਹਾਰੇ। ਹੇ ਸੰਤ ਕਾ ਸਦਾ ਸੰਗ, ਧਾਰਾ ਯਾਦਾ। ਹੇ ਠਾਕੁਰ ਹਉ ਦਾਸਰੇ, ਨਿਰਗੁਣ ਗੁਣ ਨਹੀਂ ਕੋ। ਨਾਨਕ ਦੀਜੈ ਨਾਮ ਦਾ, ਕੋਈ ਐ ਪਰੋਏ। ਆਏ ਪ੍ਰਭ ਸ਼ਰਨਾਗਤੀ, ਕਿਰਪਾ ਨਿਧ ਦਿਆਲ। ਏਕ ਅੱਖਰ ਹਰ ਮਨ ਬਸਤ, ਨਾਨਕ ਹੋਤ ਨਿਆਲ। ਵਾਹਿਗੁਰੂ ਨਾਮ ਜਹਾਜ ਹੈ, ਬੜੇ ਸੋਤਰੇ ਪਾ। ਜੋ ਸ਼ਰਧਾ ਕਰ ਸੇਵੰਦੇ, ਪਾਰੇ ਉਤਾਰ ਨਿਆਰ। ਜੋ ਸ਼ਰਧਾ ਕਰ ਸੇਵੰਦੇ, ਪਾਰੇ ਉਤਾਰ ਨਿਆਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।